पिछले हफ्ते कितों वचन चालू है भैन भाईओ प्रभु दे अजीजो है मैंने हुणे तो मैं बोलिया सी दूजा ग्रंथी आ ओदी 13 ओदी 11 इथों वचन शुरू की होया सी भैन भाईओ ਆਪਾਂ वचन फिर ਉਹ ਗੱਲ वचन ਨੂੰ ਚੇਤੇ ਰੱਖਣਾ ਭੈਣ ਭਾਈਓ ਇੱਥੇ ਪੰਡਾਲ ਜਾ ਕੇ ਬੈਠੋ ਮੈਨੂੰ ਇੱਥੇ ਆ ਕੇ ਬੈਠੋ ਤੇ ਜਗ੍ਹਾ ਵੇਲੀ ਪਈ ਤੇ ਸਾਰੇ ਭੈਣ ਭਾਈ ਬੈਠ ਜਾਓ ਆਪਣੇ ਨਾਲ ਦੇ ਵਿੱਚ ਕਿਉਂਕਿ ਪਰਮੇਸ਼ਰ ਦਾ ਵਚਨ ਹੈ ਵੇਖੋ ਨੇ ਪਾਡੀਆਂ ਛਪਾਕ ਜੋ ਸ਼ੁਰੂ ਜਾਰੀ ਕੀਤੀ ਕੰਨ ਲਾ ਕੇ ਸੁਣੀਆ ਵਸੀਮ ਕੰਨ ਲਾ ਕੇ ਸੁਣੀ ਗਵਾਈਆਂ ਕੰਨ ਲਾ ਕੇ ਸੁਣੀਆ ਹੋਰ ਪਰਮੇਸ਼ਰ ਦਾ ਵਚਨ ਹੈ ਤੁਹਾਨੂੰ ਪਤਾ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੁੰਦਾ 20-25 ਮਿੰਟ ਦਾ ਵਚਨ ਦਾ ਜ਼ਿਆਦਾ ਲੰਮਾ ਹੈ ਤੁਹਾਨੂੰ ਇੰਨੇ ਸਮਝ ਆ ਗਈ ਤੇ ਬੜੀ ਹੈ ਇੰਨੇ ਨਹੀਂ ਘਰ ਲੈ ਕੇ ਨਾ ਇੰਨਾ ਹੀ ਬੜਾ ਆ ਦੋ ਚਾਰ ਇੰਨੇ ਹੀ ਲੈ ਕੇ ਬੜੀਆਂ ਇਸ ਕਰਕੇ ਆਪਾਂ ਪਰਮੇਸ਼ਰ ਦੇ ਵਚਨ ਨੂੰ ਭੈਣ ਭਾਈਓ ਕਿਉਂਕਿ ਪਰਮੇਸ਼ਰ ਦਾ ਵਚਨ ਮੈਂ ਤੁਹਾਨੂੰ ਦੱਸਿਆ ਆਤਮਾ ਗਾਈਡ ਕਰਦਾ ਪਰ ਆਤਮਾ ਦੁਆਰਾ ਆਪਾਂ ਚੱਲਣ ਦੀ ਸ਼ਕਤੀ ਮੰਗਣੀ ਹੈ क्योंकि परमेश्वर का आत्मा बोल रहा है इन्होंने बोल भी जिन्होंने वचन नहीं पढ़ना होता वचन पढ़ने सामर्थ मंग प्रभु सामू सामर्थ दे रहा और जिन्होंने प्रार्थना करने मुश्किल आती है दुष्ट आत्मा डराउंदा बड़ा कुछ करता पर उन्होंने आप बचना कितना क्योंकि बाइबल दे विच हर वचन है पर उन्होंने की करना आप खोज करनी पैन पई क्योंकि परमेश्वर दे एक वचन पढ़ो फिलिपियां की किताब ओदी 2 ओदी 15 है फिलिपिया 2 ओदी 15 है ਕਿ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜੀ ਵਿੱਚੋਂ ਪਰਮੇਸ਼ਰ ਦੇ ਨਿਰਮਲ ਬਾਲਕ ਬਣੋ ਇਹੋ ਜਿਨ੍ਹਾਂ ਦੇ ਵਿੱਚ ਤੁਸੀਂ ਜਗਤ ਉੱਤੇ ਜੋਤਾਂ ਵਾਂਗ ਚਮਕਦੇ ਰਹੋ हालेलुया 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 और परमेश्वर ਦਾ ਵਚਨ ਸਾਨੂੰ ਕੀ ਦੱਸਦਾ ਕਹਿ ਰਿਹਾ ਸੰਦਾ ਪਲੂਸ ਫਿਲਿਪੀਅਨ ਕਿ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜੀ ਵਿੱਚੋਂ ਪਰਮੇਸ਼ਰ ਦੇ ਨਿਰਮਲ ਦੇ ਬਾਲਕ ਕੀ ਆ ਬਣੋ ਹੁਣ ਆਪਾਂ ਕਿਤਨਾ ਕਹਿੰਦਾ ਤੁਸੀਂ ਜੋਤਾਂ ਵਾਂਗੂ ਕੀ ਜੇ ਦੇਖਦੇ ਜੇ ਕਿਉਂਕਿ ਤੁਹਾਡੇ ਅੰਦਰ ਕੀ ਹੋਣਾ ਜੋਤ ਹੋਣੀ ਚਾਹੀਦੀ ਪਰਮੇਸ਼ਰ ਦੇ ਵਚਨ ਦੀ ਭੰਗ ਜਦੋਂ ਲੋਕਾਂ ਦੇ ਜ਼ੀਰ 12 ਵਿੱਚ ਆਉਣ ਤੇ ਕਿਹਾ ਤੁਹਾਡੇ ਲੱਕ ਬੱਧੇ ਰਹਿਣ ਤੇ ਦੀਵੇ ਕੀ ਆ ਜਗਦੇ ਰਹਿਣ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਇੱਕ ਵਚਨ ਹੋਰ ਪੜੋ ਜ਼ਬੂਰ 119 ਉਹਦੀ 130 ਹੈ ਜ਼ਬੂਰ 119 ਉਹਦੀ 130 ਹੈ ਤੇਰੇ ਵਚਨ ਦਾ ਖੁੱਲਣਾ ਚਾਨਣ ਦਿੰਦਾ ਹੈ ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਹਾਲੇਲੂਇਆ ਤੁਹਾਡਾ ਵਚਨ ਖੁੱਲਣਾ ਸਾਨੂੰ ਚਾਨਣ ਦਿੰਦਾ ਸਿੱਧੇ ਸਾਦੇ ਲੋਕਾਂ ਨੂੰ ਕੀ ਆ ਸਮਝ ਬਖਸ਼ਦਾ ਇੱਥੇ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਫਿਲਿਪੀਅਨ ਕੀ ਤੁਸੀਂ ਨਿਰਮਲ ਨਿਰਦੋਸ਼ ਸਿੱਧੇ ਸਾਦੇ ਹੋ ਕੇ ਵਿੰਗੀ ਟੇਢੀ ਪੀੜੀ ਵਿੱਚੋਂ ਨਿਰਮਲ ਜਿਹੇ ਬੱਚੇ ਕੀ ਆ ਬਣੋ ਆਪਾਂ ਕੀ ਬਣਨਾ ਆਪਾਂ ਬਾਲਕ ਬਣਨਾ ਕਰਕੇ ਉਹਦੇ ਬੱਚੇ ਬਣਨਾ ਕਿਉਂਕਿ ਆਪਣੇ ਆਪ ਨੂੰ ਕੀ ਕਰਨਾ ਆਪਣੇ ਛੋਟੇ ਨਿਆਏ ਬਣਾ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਅੱਗੇ ਜਦੋਂ ਆਪਾਂ ਪਹਿਲਾ ਪਤਰਸ 5 ਉਹਦੇ 7 ਆ ਜਾਣ ਕਿਉਂਕਿ ਆਪਣੇ ਆਪ ਨੂੰ ਪਰਮੇਸ਼ਰ ਦੇ ਨਿਰਮਲ ਜਿਹੇ ਬਾਲਕ ਕੀ ਆ ਬਣੋ ਵਿੰਗੀ ਟੇਢੀ ਪੀੜੀ ਦੇ ਵਿੱਚੋਂ ਆਪਾਂ ਨਿਕਲ ਕੇ ਭੈਣ ਭਾਈਓ ਜਿਹੜੇ ਪਰਮੇਸ਼ਰ ਦੇ ਵਚਨ ਤੋਂ ਦੂਰ ਵੀ ਆ ਗਿਆ ਜਿਸ ਤਰ੍ਹਾਂ ਇਹ ਭੈਣ ਦਵਾਈ ਦੇ ਰਹੀ ਦੁਸ਼ਟ ਆਤਮਾ ਦੇ ਚੱਕਰੇ ਹੀ ਮਤੀ 6 ਦੇ ਕਹਿੰਦਾ ਧਰਮ ਤੇ ਰਾਜ ਦੀ ਖੋਜ ਕਰ ਤਾਂ ਤੇਰੀਆਂ ਸਾਰੀਆਂ ਉਮਤਾਂ ਤੇਰੇ ਪਿੱਛੇ ਪੈ ਕੇ ਕੀ ਆ ਆਉਣਗੀਆਂ ਆਪਾਂ ਉਮਤਾਂ ਦੇ ਮਗਰ ਦੌੜਦੇ ਭੈਣ ਭਾਈਓ ਪਹਿਲਾਂ ਆਪਾਂ ਨੂੰ ਕੀ ਕਰਨੀ ਪੈਣੀ ਹੈ ਯਿਸੂ ਮਸੀਹ ਦੀ ਕੀ ਕਰਨੀ ਪੈਣੀ ਆ ਖੋਜ ਕਰਨੀ ਪੈਣੀ ਪਈ ਉਹਦੇ ਜਗਤ ਦੀ ਰਾਜ ਦੀ ਉਹਦੀ ਖੋਜ ਕੀ ਆ ਜਦੋਂ ਲੋਕਾਂ ਦੇ ਜੀ 17 ਉਹਦੀ 21 ਆਇਤ ਵਿੱਚ ਜਦੋਂ ਸਦੂਕੀ ਬਰੀਕੇ ਪੁੱਛ ਰਹੇ ਪ੍ਰਭੂ ਜੀ ਇਹ ਰਾਜ ਕਦੋਂ ਆਊਗਾ ਉਹ ਕਹਿ ਰਹੇ ਰਾਜ ਕਦੋਂ ਆਊਗਾ ਯਿਸੂ ਮਸੀਹ ਅੱਗੇ ਕਹਿ ਰਹੇ ਵੀ ਇਹ ਰਾਜ ਉੱਪਰ ਤੱਕ ਹੋ ਕੇ ਨਹੀਂ ਆਉਂਦਾ ਯਿਸੂ ਮਸੀਹ ਦੀ ਭੈਣ ਵੀ ਖੋਜ ਕਰਨੀ ਪੈਣੀ ਆ ਉਹਦੇ ਰਾਜ ਦੇ ਧਰਮ ਦੀ ਖੋਜ ਕਰੇ ਕਿਉਂਕਿ ਜਿੰਨਾ ਤੁਸੀਂ ਪਰਮੇਸ਼ਰ ਦੇ ਵਚਨ ਤੇ ਨਹੀਂ ਜਾਓਗੇ ਤੁਹਾਨੂੰ ਖੋਜ ਕਰਨੀ ਨਹੀਂ ਆਊਗੀ ਕਿਉਂਕਿ ਸਿੱਧੇ ਸਾਦੇ ਲੋਕਾਂ ਨੂੰ ਕੀ ਸਮਝਣਾ ਤੇਰਾ ਵਚਨ ਖੁੱਲਣਾ ਸਾਨੂੰ ਚਾਨਣ ਦਿੰਦਾ ਸਿੱਧੇ ਸਾਦੇ ਲੋਕਾਂ ਨੂੰ ਸਮਝ ਕੀ ਆ ਬਖਸ਼ਦਾ ਭੈਣ ਭਾਈ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਸਮਝ ਬਖਸ਼ਦਾ ਬੁੱਧ ਬਖਸ਼ਦਾ ਕਿਉਂਕਿ ਯਾਕੂਬ ਦੀ ਪਤਰੀ 1:5 ਦੱਸ ਰਹੀ ਆ ਜੇ ਕਿਸੇ ਕੋ ਬੋਧਾ ਘੱਟ ਹੈ ਪਰਮੇਸ਼ਰ ਕੋ ਮੰਗੇ ਬਿਨਾਂ ਲਾਵੇ ਤੋਂ ਕੀ ਆ ਸਾਨੂੰ ਦੇ ਰਿਹਾ ਆਪਾਂ ਬੋਧ ਕਿਹਦੇ ਕੋ ਮੰਗਣੀਆਂ ਪਰਮੇਸ਼ਰ ਕੋ ਮੰਗਣੀਆਂ ਆਪਾਂ ਉਹਦੇ ਬਾਲਕ ਬਣਨਾ ਛੋਟੇ ਦੇ ਨਿਆਏ ਬਣਨਾ ਕਿਉਂਕਿ ਇੱਕ ਦੂਜੇ ਟੈਗੋਰ ਬਣੋਗੇ ਆਪਣੇ ਆਪ ਨੂੰ ਨੀਵਾ ਕਰੋਗੇ ਤੇ ਫਿਰ ਸਮੇਂ ਸਿਰ ਤੁਸੀਂ ਕੀ ਉੱਚੇ ਕੀਤੇ ਜਾਓਗੇ ਜੇ ਤੁਸੀਂ ਪਰਮੇਸ਼ਰ ਦੇ ਵਚਨ ਦੁਆਰਾ ਹਾਲੇ ਨਹੀਂ ਚੱਲਦੇ मैं तो दस भी 15 दिन हो गया
2023 ਚਲੀ ਨੂੰ, ਪਰ ਆਪਾਂ ਹਾਲੇ ਵੀ ਉਹ ਤੱਕੜੇ ਬੱਚੇ ਲਈ ਫਿਰਦੇ ਆ ਪਰਮੇਸ਼ਰ ਦੇ ਬਚਨਾਂ। ਆਪਾਂ ਹਰ ਕਮਜ਼ੋਰੀ ਨੂੰ ਆਪਣੇ ਜੀਵਨ ਵਿੱਚ ਡਾਂਟਣਾ, ਕਿਉਂਕਿ ਜੇ ਤੁਹਾਡੇ ਜੀਵਨ ਵਿੱਚ ਲੰਮੇ ਸਮੇਂ ਦੀ ਬਿਮਾਰੀ ਆ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਪੈਣ ਪਈਓ, ਕਿਉਂਕਿ ਪਰਮੇਸ਼ਰ ਦਾ ਵਚਨ ਹੀ। ਮੈਂ ਤੁਹਾਨੂੰ ਪਹਿਲਾ ਸੈਮੂਅਲ, ਜਦੋਂ ਆਪਾਂ ਚੱਲ ਜਾਂਦੇ ਪਹਿਲਾ ਸੈਮੂਅਲ ਦੇ ਵਿੱਚ ਚੱਲ ਜਾਂਦੇ ਨਾ, ਉੱਥੇ ਸੌਲ ਦੇ ਪਿਓ ਦੀਆਂ ਖੋਤੀਆਂ ਗਵਾਚੀਆਂ ਕੀਸ ਦੀਆਂ, ਪਰ ਉਹ ਯੋਜਨਾ ਸੀ ਪਰਮੇਸ਼ਰ ਦੀ ਉੱਥੇ ਭੇਜਣ ਨੂੰ, ਕਿਉਂਕਿ ਜਦੋਂ ਸੌਲ ਨੂੰ ਭੇਜਿਆ ਗਿਆ ਅੱਗੇ, ਉਹਨੂੰ ਕੀ ਉਹ ਮਸਾ ਹੋ ਕੇ ਸੈਮੂਅਲ ਤੋਂ ਕੀ ਆਇਆ ਪੈਣ ਪਈ, ਸੈਮੂਅਲ ਦੇ ਤੋਂ ਮਸਾ ਹੋ ਕੇ ਕੀ ਆਇਆ, ਕਿਉਂਕਿ ਪਰਮੇਸ਼ਰ ਦੀ ਯੋਜਨਾ ਹੈ। ਜੇ ਆਪਾਂ ਯੂਸਫ ਦਾ ਲੈ ਲਈਏ, ਉਹ ਪਰਮੇਸ਼ਰ ਦੀ ਯੋਜਨਾ ਹੈ। ਜੇ ਆਪਾਂ ਯਾਕੂਬ ਦੇ ਲੈ ਲਈਏ, ਉਹ ਪਰਮੇਸ਼ਰ ਦੀ ਯੋਜਨਾ ਹੈ। ਜਦੋਂ ਆਪਾਂ ਆ ਜਾਂਦੇ ਆ ਅਫਸੀਆ ਦਾ ਖਾਤਰ 5:17 ਆਇਤ ਵਿੱਚ ਕਹਿੰਦਾ, ਤੁਸੀਂ ਮੂਰਖ ਨਾ ਹੋ, ਪਰਮੇਸ਼ਰ ਦੀ ਇੱਛਾ ਜਦੋਂ ਤੁਹਾਡੇ ਜੀਵਨ 'ਚ ਕੀ ਉਹਦੀ ਇੱਛਾ ਵਾ। ਅੱਜ ਉਹਦੀ ਇੱਛਾ ਕੀ ਆ ਵੀ ਮੇਰੇ ਬੱਚੇ ਔਰ ਬੱਚੀਆਂ ਕੀ ਕਰਨ, ਪਰਮੇਸ਼ਰ ਦੀ ਸੱਚੀ ਭਗਤੀ ਕੀ ਆ ਕਰਨੀ ਪੈਣ ਪਈ, ਕਿਉਂਕਿ ਪਹਿਲਾ ਤਿਮੋਥੀ ਸਾਨੂੰ 6 ਬਾਰ ਕਲੀਅਰ ਕਰੇ, ਸਬਰ ਸੋ ਦੋਗਣਾ ਭਗਤੀ ਵੱਡੀ ਕੀ ਆ ਖੱਟੀ। ਆਪਾਂ ਪਰਮੇਸ਼ਰ ਦੀ ਸੱਚੀ ਭਗਤੀ ਕਰਨੀ, ਜੇ ਆਪਾਂ ਪਰਮੇਸ਼ਰ ਵਿੱਚ ਅੱਗੇ ਵਧਣਾ, ਪਰਮੇਸ਼ਰ ਦੇ ਨਾਲ ਆਪਾਂ ਨੂੰ ਪ੍ਰਸਿੱਧ ਰਿਸ਼ਤਾ ਬਣਾਉਣ ਦੀ ਕੀ ਆ ਲੋੜ ਹੈ ਪੈਣ ਪਈ, ਕਿਉਂਕਿ ਤਾਂ ਹੀ ਤੁਸੀਂ ਵੱਧ ਸਕਦੇ ਜੇ। ਆਪਾਂ ਹਾਲੇ ਵੀ ਇੱਕ ਆਇਤ ਪੜੋ, ਯਹੂਨਾ ਦੇ ਜੇਲ 4 ਉਹਦੀ 34 ਹੈ, ਯਹੂਨਾ ਦੀ ਅਜ਼ੇਲ 4 ਉਹਦੀ 34 ਹੈ। ਯਹੂਨਾ ਦੀ ਅਜ਼ੇਲ 4 ਉਹਦੀ 34 ਹੈ ਪੜੋ, ਛੇਤੀ ਪੜਿਆ ਕਰੋ, ਵਚਨ ਕਾਫੀ ਸਮਾਂ ਲੱਗ ਜਾਂਦਾ ਹੈ। ਯਿਸੂ ਨੇ ਉਹਨਾਂ ਨੂੰ ਆਖਿਆ, ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਤੇ ਉਸ ਦਾ ਕੰਮ ਸੰਪੂਰਨ ਕਰਾਂ। ਹਾਲੇਲੂਇਆ। ਕਹਿੰਦਾ ਮੈਂ ਆਪਣੇ ਯਿਸੂ ਮਸੀਹ ਕੀ ਕਹਿ ਰਿਹਾ, ਜੇ ਆਪਾਂ ਲੋਕਾਂ 4 ਦੀ 18 ਲੈ ਲਈਏ ਨਾ, ਉੱਥੇ ਕੀ ਲਿਖਿਆ, ਯਿਸੂ ਮਸੀਹ ਉੱਥੇ ਖੁਦ ਕਹਿ ਰਿਹਾ, ਕਹਿੰਦਾ ਪ੍ਰਭੂ ਦਾ ਆਤਮਾ ਮੇਰੇ ਉੱਤੇ ਆ, ਉਸਨੇ ਮੈਨੂੰ ਮਸਾ ਕੀਤਾ, ਗਰੀਬਾਂ ਨੂੰ ਖੁਸ਼ਖਬਰੀ, ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਦਾ, ਕੁਚਲਿਆ ਬੰਦੂਆਂ ਨੂੰ ਕੀਆ ਛਡਾਵਾਂ। ਕਹਿੰਦਾ ਇਹ ਮੇਰਾ ਭੋਜਨ ਆ। ਯਿਸੂ ਮਸੀਹ ਕਹਿ ਰਹੇ, ਮੈਂ ਭੇਜਣ ਵਾਲੀ ਮਰਜ਼ੀ ਉੱਤੇ ਚੱਲਾਂ ਤੇ ਮੈਂ ਉਹਦੇ ਕੰਮਾਂ ਨੂੰ ਕੀ ਕਰਾਂ, ਸੰਪੂਰਨ ਕਰਾਂ। ਤੇ ਆਪਾਂ ਅੱਜ ਦਾ ਵਿਸ਼ਵਾਸੀ ਕੀ ਕਹਿ ਰਿਹਾ, ਉਹਦੇ ਕੰਮਾਂ ਨੂੰ ਸੰਪੂਰਨ ਨਹੀਂ ਕਰਦਾ, ਉਹ ਆਪਣੇ ਕੰਮਾਂ ਨੂੰ ਸੰਪੂਰਨ ਕਰ ਰਿਹਾ। ਸਾਡੇ ਕੰਮ ਹੋ ਜਾਣ। ਮੈਂ ਤੁਹਾਨੂੰ ਪਹਿਲਾਂ ਕੀ ਦੱਸਿਆ, ਫਿਲਿੱਪੀਆਂ ਦੀ ਕਿਤਾਬ 2 ਦੀ ਕੀ ਦੱਸ ਰਹੀ ਆ, ਕਹਿੰਦਾ ਆਪੋ ਆਪਣੇ ਮਤਲਬ ਸਾਰੇ ਯਾਰ ਯਿਸੂ ਦਾ ਕੋਈ ਯਾਰ ਨਹੀਂ ਹੈ ਨਾ ਪਈ। ਆਪਣੇ ਕੰਮਾਂ ਦੇ ਨਾਲ ਆਪਾਂ ਸੰਬੰਧ ਰੱਖਦੇ ਹਾਂ, ਪਰ ਜਿੰਨਾ ਚਿਰ ਆਪਾਂ ਪਰਮੇਸ਼ਰ ਦੇ ਨਾਲ ਨਹੀਂ ਚੱਲਾਂਗੇ, ਪ੍ਰਸਿੱਧ ਰਿਸ਼ਤਾ ਬਣਾਂਗੇ, ਪਰ ਤੁਹਾਡੇ ਕੰਮ ਵੀ ਫੇਲ ਗਿਆ ਹੋ ਜਾਣਗੇ। ਪਰਮੇਸ਼ਰ ਵਚਨ ਦੇ ਵਿੱਚ ਕਹਿ ਰਹੇ, ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਪੂਛ ਨਹੀਂ ਸਹਿ ਠਹਿਰਾਵਾਂਗਾ ਹਰ ਜਗ੍ਹਾ ਤੇ ਜਾ ਕੇ, ਪਰ ਤੁਸੀਂ ਸਿਰ ਕਿਤਨਾ ਹੋਵੋਗੇ ਜੇ ਪਰਮੇਸ਼ਰ ਦੇ ਵਚਨ ਦੁਆਰਾ ਚੱਲੋਗੇ, ਫਿਰ ਹੀ ਸਿਰ ਹੋਵੋਗੇ। ਦੇਖੋ ਨਾ ਕਿ ਤੁਸੀਂ ਕਿਤਨਾ ਕੇ ਬਾਤ ਲੋਗੇ ਫੈਨ ਪਈ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਦੁਆਰਾ ਆਪਾਂ ਉਹ ਕਹਿੰਦਾ ਫਿਰ ਤੋਂ ਵਾਕੋਗੇ ਤੁਸੀਂ ਕੁਝ ਨਹੀਂ ਕਰ ਸਕਦੇ, ਜਿੱਥੇ ਮਰਜ਼ੀ ਭੱਜ ਲਓ। ਯਿਸੂ ਮਸੀਹ ਖੁਦ ਕਹਿ ਰਹੇ, ਕਹਿੰਦਾ ਮੈਂ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ, ਉਹਦੇ ਕੰਮਾਂ ਨੂੰ ਕੀ ਕਰਾਂ, ਸੰਪੂਰਨ ਕਰਾਂ। ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ, ਇੱਕੋ ਵਾਰੀ ਮਿਲੀ ਹੈ ਭੈਣ ਭਾਈਓ। ਜਿਸ ਤਰ੍ਹਾਂ ਭੈਣ ਭੋਲੀ ਗਵਾਹੀ ਦੇ ਰਹੀ ਸੀ, ਹੁਣ ਮੈਂ ਹਰ ਵਾਰੀ ਸਮਝਾਉਂਦਾ ਕਿ ਸਾਡਾ ਛੱਡ, ਆਪਾਂ ਪਰਮੇਸ਼ਰ ਦੇ ਭਵਨ ਵਿੱਚ ਆਇਆ ਕਰ ਔਰ ਪਰਮੇਸ਼ਰ ਦੀ ਸੇਵਾ ਕਰਿਆ ਕਰ, ਕਿਉਂਕਿ ਮੈਂ ਹਰ ਨੂੰ ਇਹੋ ਕਹਿੰਦਾ, ਯੂਥ ਖਾਸ ਕਰਕੇ ਮੈਂ ਇਹੋ ਕਹਿੰਦਾ, ਉਹਨਾਂ ਦੇ ਤਰਲੇ ਕੱਢਦਾ, ਉਹਨਾਂ ਦੇ ਹੱਥ ਜੋੜਦਾ ਕਿ ਆਪਾਂ ਨੂੰ ਅੱਜ ਕੀ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਚੱਲਣ ਦੀ ਕੀ ਆ ਲੋੜ ਹੈ ਭੈਣ ਭਾਈ। ਮੇਰੀ ਖਾਸ ਪ੍ਰਾਰਥਨਾ ਨਸ਼ਿਆਂ ਵਾਸਤੇ ਹੁੰਦੀ ਆ, ਔਰ ਪਰਮੇਸ਼ਰ ਦੀ ਆਵਾਜ਼ ਆ ਰਹੀ ਵੀ ਨਸ਼ਿਆਂ ਵਾਸਤੇ ਹੁਣ ਮੀਟਿੰਗ ਕਰਨੀ, ਪਤਾ ਨਹੀਂ ਪਰਮੇਸ਼ਰ ਕਿੱਧਰ ਆਵਾਜ਼ ਦੇ ਰਹੇ ਆ। ਇੰਨੀ ਆਵਾਜ਼ ਆ ਕਿ ਵੀ ਨਸ਼ਿਆਂ ਦੀ ਬੰਦਗੀ ਕਰਨੀ ਆ ਔਰ ਨਸ਼ੇ ਵਾਲੇ ਛੱਡ ਕੇ ਜਾਣਗੇ, ਪਰ ਕਿਸ ਤਰ੍ਹਾਂ ਕਰਨੀ ਹੈ ਇਹ ਪਰਮੇਸ਼ਰ ਹੀ ਜਾਣਦੇ ਹੁਣ, ਕਿਉਂਕਿ ਉਹਦਾ ਆਤਮਾ ਗਾਈਡ ਕਰੇਗਾ ਤੇ ਫੇਰ ਆਪਾਂ ਉਹਦੇ ਭਾਈ ਆਪਣੇ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਭੈਣ ਭਾਈਓ। ਅੱਜ ਵਿਆਹਾਂ ਦਾ ਜ਼ੋਰ ਆ, ਵਿਆਹਾਂ ਦਾ ਜ਼ੋਰ ਹੈ, ਮੈਨੂੰ ਪਤਾ ਪੂਰਾ ਜ਼ੋਰ ਹੈ ਵਿਆਹਾਂ ਦਾ, ਪਰ ਵਿਆਹ ਇਹ ਦੱਸੋ ਮੈਂ ਤੁਹਾਡੇ ਗੱਲ ਪੁੱਛਦਾ ਪੂਰੀ ਕਲੀਸਿਆ ਨੂੰ ਵੀ ਆਪਣੇ ਘਰ ਵਿਆਹ ਹੋਵੇ ਤਾਂ ਆਪਾਂ ਬੰਦਗੀ ਛੱਡ ਦਿੰਦੇ ਆ, ਬੰਦਗੀ ਕਰਕੇ ਕਦੀ ਵਿਆਹ ਛੱਡਿਆ ਜੇ ਦੱਸੋ? ਹੱਥ ਕਰਾ ਕਰੋ ਜਿਹੜਾ ਬਾਈਬਲ ਆਲਾ ਕਰ, ਆਪਾਂ ਤੇ ਛੱਡੇ ਆਪਾਂ ਤੇ ਕਈ ਛੱਡੇ ਆ। ਹੋਰ ਦੇਖੋ ਆਪਾਂ ਸਾਡੇ ਘਰ ਵਿਆਹ ਹੋਵੇ ਜਾਂ ਲਾਗੇ ਰਿਸ਼ਤੇਦਾਰਾਂ ਦਾ ਵੀ ਹੋਵੇ, ਸਾਨੂੰ ਉਹਨੇ ਸੱਦਿਆ, ਭਾਵੇਂ ਨਾ ਵੀ ਸੱਦਿਆ ਹੋਵੇ, ਆਪਾਂ ਫਿਰ ਵੀ ਚੱਲ ਜਾਂਦੇ, ਕਿਸੇ ਦੇ ਨਾਲ ਹੀ ਚੱਲ ਜਾਂਦੇ, ਖਾ ਪੀ ਕੇ ਆਵਾਂਗੇ। ਉਹਦੇ ਕੋਲ ਆਪਾਂ ਵਿਆਹ ਕਰਕੇ ਬੰਦਗੀ ਛੱਡ ਦਿੰਦੇ ਆ, ਪਰ ਬੰਦਗੀ ਕਰਕੇ ਕਦੇ ਵਿਆਹ ਛੱਡਿਆ? ਮੈਂ ਤੁਹਾਨੂੰ ਇਹ ਪੁੱਛ ਰਿਹਾ, ਸਾਡੇ ਘਰ ਖੁਦ ਉਦੋਂ ਪਿਛਲੇ 20 ਨਵੰਬਰ ਨੂੰ ਪ੍ਰੋਗਰਾਮ ਸੀ ਚਾਚੇ ਦੇ ਪੋਤਰੇ ਦਾ, ਪਰ ਅਸੀਂ ਕਿੱਥੇ ਸੀ? ਅਸੀਂ ਇੱਥੇ ਹੀ ਭੈਣ ਭਾਈ, ਕਿਉਂਕਿ ਸਾਡਾ ਕੀ ਹੋ ਗਿਆ, ਪ੍ਰਸਿੱਧ ਰਿਸ਼ਤਾ ਕੀ ਹੋ ਗਿਆ ਪਰਮੇਸ਼ਰ ਦੇ ਨਾਲ, ਕਿਉਂਕਿ ਭੈਣ ਭਾਈ ਪ੍ਰਸਿੱਧ ਰਿਸ਼ਤਾ ਬਣਾਓ। ਕਹਿੰਦਾ ਮੇਰੇ ਭੋਜਨ ਵਾਲੇ
ਮਰਜ਼ੀ ਉੱਤੇ ਚੱਲੋ, ਮੇਰਾ ਭੋਜਨ ਉਹਦੇ ਕੰਮਾਂ ਨੂੰ ਕੀ ਕਰਾਂ, ਸੰਪੂਰਨ ਕਰਨਾ। ਤੁਸੀਂ ਆਪਣੇ ਕੰਮਾਂ ਨੂੰ ਕਰਦੇ ਜੇ, ਅਫਸਿਆ ਦਾ ਖਾਤ ਉਹਦੇ 2 ਦੇ 3 ਹੈ, ਕਹਿੰਦਾ ਤੁਸੀਂ ਆਪਣੇ ਮਨ ਦੇ ਚਾਵਾਂ ਨੂੰ ਕੀ ਕਰਦੇ ਜੇ, ਪੂਰੀਆਂ ਕਰਦੇ ਜੇ ਆਪਣੇ ਮਨ ਦੇ, ਪਰ ਪਰਮੇਸ਼ਰ ਦੀ ਮਰਜ਼ੀ ਨੂੰ ਪੂਰੀਆਂ ਨਹੀਂ ਕਰਦੇ। ਉਹਦੀ ਇੱਛਾ ਕੀ ਆ, ਨਿਤ ਪ੍ਰਾਰਥਨਾ ਕਰ, ਹਰ ਹਾਲ ਵਿੱਚ ਉਹਦਾ ਧੰਨਵਾਦ। ਪਹਿਲਾ ਸਲੂਕੀਆ 5:16 ਹੈ, ਕਹਿੰਦਾ ਨਿਤ ਪ੍ਰਾਰਥਨਾ ਕਰ, ਹਰ ਹਾਲ ਵਿੱਚ ਉਹਦਾ ਧੰਨਵਾਦ ਕੀਆ ਕਰਦਾ ਰਹਿ, ਕਿਸੇ ਵੀ ਗੱਲ ਦੀ ਚਿੰਤਾ ਨਾ ਕਰ। ਜਦੋਂ ਆਪਾਂ ਪਹਿਲਾ ਪਤਰਸ 5:6 ਵਿੱਚ ਉੱਤੇ ਲਿਖਿਆ, ਆਪਣੀਆਂ ਸਾਰੀਆਂ ਚਿੰਤਾ ਜੋ ਹਵਾ ਤੇ ਸੁੱਟ ਫਿਕਰ ਕਰਨ ਨਾਲ ਕੀਆ ਉਹ ਬੈਠਾ। ਜਦੋਂ ਆਪਾਂ ਮੱਤੀ ਦੀ 11:28 ਫਿਰ ਮਨ ਦੇ ਬੋਝ ਥੱਕੇ ਲੋਕੋ ਮੇਰੇ ਪਾਸ और मैं ਤੁਹਾਨੂੰ ਚੈਨ ਤੇ ਆਰਾਮ ਕੀਆ ਜਾਵਾਂਗਾ, ਮੇਰਾ ਝੂਲਾ ਹਲਕਾ ਤੇ ਕੀਆ ਮਨਾਈ ਹੈ। ਆਪਣਾ ਭਾਰ ਤੇ ਨੂੰ ਦਵੋ, ਫੇਰ ਹੀ ਤੁਹਾਡੇ ਭਾਰ ਨੂੰ ਚੁੱਕੂਗਾ। ਆਪਣਾ ਭਾਰ ਤੁਸੀਂ ਆਪ ਚੁੱਕੀ ਫਿਰਦੇ ਜੇ। ਜਦੋਂ ਯਹੂਨਾ ਦੀ ਜੇਲ 6:35 ਆਇਤ ਵਿੱਚ ਆਜ ਨੇ ਕਹਿੰਦਾ, ਜਿਹੜਾ ਯਿਸੂ ਮਸੀਹ ਉਹਦੇ ਕੀ ਕਹਿ ਰਿਹਾ, ਕਹਿੰਦਾ ਜਿਹੜੇ ਮੇਰੇ ਕੋਲ ਆਉਂਦਾ ਨਾ ਮੂਲੋਂ ਭੁੱਖਾ ਤੇ ਨਾ ਮੂਲੋਂ ਕਿਤੇ ਆਇਆ ਕੀਆ ਵੇਖਾ। ਹੁਣ ਆਪਾਂ ਭੁੱਖ ਕਾਹਦੀ ਹੈ ਭੈਣ ਭਾਈਓ, ਆਪਾਂ ਪਰਮੇਸ਼ਰ ਦੇ ਬਚਨ ਦੀ ਭੁੱਖ ਹੋਣੀ ਚਾਹੀਦੀ ਆ, ਔਰ ਪਿਆਸ ਕਿਹਦੀ ਹੋਣੀ ਚਾਹੀਦੀ ਆ, ਪਰਮੇਸ਼ਰ ਦੇ ਬਚਨ ਦੀ ਪਿਆਸ ਹੋਣੀ ਚਾਹੀਦੀ। ਜੇ ਆਪਾਂ ਧਿਆਨ ਨਾਲ ਬਚਨ ਨਹੀਂ ਖੜਾਂਗੇ, ਕਈ ਭੈਣ ਭਾਈ ਸੁਣ ਕੇ ਇੱਥੇ ਪਿਛਲੇ ਹਫ਼ਤੇ ਕਿਹੜਾ ਬਚਨ ਹੋਇਆ, ਚੱਲ ਕੋਈ ਦੇ ਚੱਲ ਝਾੜਦਾ, ਚੱਲ ਪਾਸੇ ਰੱਖੇਗਾ ਆਪਣੇ ਕੋਲ, ਕੋਈ ਗੱਲ ਨਹੀਂ। ਭੈਣ ਭਾਈ ਜਿੰਨਾ ਚਿਰ ਤੁਸੀਂ ਪਰਮੇਸ਼ਰ ਦਾ ਬਚਨ ਆਪਣੇ ਜ਼ਿਹਨ ਦੇ ਵਿੱਚ ਨਹੀਂ ਰੱਖੋਗੇ, ਤੁਹਾਨੂੰ ਹਰ ਵਕਤ ਇਹੋ ਆਵਾਜ਼ ਆਉਂਦੀ, ਪਰਮੇਸ਼ਰ ਦੇ ਬਚਨ ਨੂੰ ਆਪਣੇ ਇੱਥੇ ਰੱਖੋ। ਭੈਣ ਭਾਈਓ ਆਪਾਂ ਹਰ, ਮੈਂ ਤੁਹਾਨੂੰ ਉਦੋਂ ਪਿਛਲੇ ਹਫ਼ਤੇ ਦੱਸਿਆ ਸੀ ਵੀ ਆਪਾਂ ਹੋਰ ਰੋਜ਼ ਉਹ ਗੰਦਗੀ ਨੂੰ ਵਾਸ਼ ਕਰਨਾ। ਜਦੋਂ ਇੱਕ ਦਿਨ ਭਰ ਜਾਂਦੀ ਨਾ ਗੰਦਗੀ, ਤੇ ਫਿਰ ਤੁਹਾਨੂੰ ਟੈਕ ਤੱਕ ਕੀਆ ਪਹੁੰਚਾ ਦੇ। ਉਹ ਪਰ ਗੰਦਗੀ ਕਿਤਨਾ ਵਾਸ਼ ਕਰੋਗੇ, ਜਿੰਨਾ ਚਿਰ ਤੁਸੀਂ ਰੋਜ਼ ਪ੍ਰਾਰਥਨਾ ਆਪਣੇ ਘਰਾਂ 'ਚ ਨਹੀਂ ਸ਼ੁਰੂ ਕਰੋਗੇ। ਜਿੰਨਾ ਚਿਰ ਪਰਮੇਸ਼ਰ ਦਾ ਵਚਨ, ਸਾਰੀ ਗੰਦਗੀ ਕੌਣ ਸਾਫ਼ ਕਰਦਾ, ਪਰਮੇਸ਼ਰ ਦਾ ਵਚਨ। ਪਰਮੇਸ਼ਰ ਦਾ ਵਚਨ ਸਾਫ਼ ਕਰਦਾ। ਭੈਣ ਵੀ ਉਹ ਗੰਦਗੀ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਗੰਦਗੀ, ਉਹ ਪਰਮੇਸ਼ਰ ਦਾ ਵਚਨ ਹੀ ਵਾਸ਼ ਕਰਦਾ ਹਰ ਵੇਲੇ। ਜਦੋਂ ਆਪਾਂ ਵਚਨ ਪੜ੍ਹ ਲੈਂਦੇ ਭੈਣ ਭਾਈਓ, ਉਹਦੀ ਗਹਿਰਾਈ ਤੱਕ ਜਾਓ, ਉਹਨੂੰ ਵਚਨ ਨੂੰ ਸਮਝੋ, ਫਿਰ ਤੁਹਾਨੂੰ ਪਰਮੇਸ਼ਰ ਦਾ ਵਚਨ ਸਮਝ ਗਿਆ। ਅਖਬਾਰ ਵਾਂਗੂ ਸਾਰੇ ਪੜ੍ਹ ਲੈਂਦੇ ਆ ਆਪਾਂ, ਸੱਚੀ ਇੰਨਾ ਚੈਪਟਰ ਪੜ੍ਹ ਲਏ, ਇੰਨੇ ਚੈਪਟਰ ਪੜ੍ਹ ਲਏ, ਪਰ ਇੱਕ ਹੀ ਚੈਪਟਰ ਪੜ੍ਹੋ, ਭਾਵੇਂ ਇੱਕ ਹੀ ਉਹਦੀਆਂ 4 ਐਤਾਂ ਪੜ੍ਹੋ, ਭਾਵੇਂ 5 ਐਤਾਂ ਪੜ੍ਹੋ, ਪਰ ਉਹਦੀ ਗਹਿਰਾਈ ਨੂੰ ਸਮਝੋ, ਵਚਨ ਕਿੱਥੇ ਜਾ ਰਿਹਾ। ਹੁਣ ਨੂੰ ਤਾਂ ਆਪਾਂ ਅਖਬਾਰ ਵੀ ਰੋਜ਼ ਪੂਰੀ 2 ਘੰਟੇ ਪੜ੍ਹ ਦਾਂਗੇ, ਪਰ ਜਿੰਨਾ ਚਿਰ ਪਰਮੇਸ਼ਰ ਦੀ ਵਚਨ ਦੀ ਗਹਿਰਾਈ ਤੱਕ ਨਹੀਂ ਜਾਓਗੇ, ਤੇ ਫਿਰ ਤੁਹਾਨੂੰ ਕਦੀ ਸਮਝ ਨਹੀਂ ਲੱਗੇਗੀ। ਭੈਣ ਵਚਨ ਦੀ ਸਮਝ ਉਦੋਂ ਲੱਗੂਗੀ ਜਦੋਂ ਉਹਦੀ ਗਹਿਰਾਈ ਤੱਕ ਉਹਦੀ ਖੋਜ ਕਰੋਗੇ, ਧਰਮ ਰਾਜ ਦੀ ਖੋਜ ਕਰੋਗੇ, ਪਰਮੇਸ਼ਰ ਦੇ ਵਚਨ ਦੀ ਖੋਜ ਕਰੋਗੇ, ਯਿਸੂ ਮਸੀਹ ਦੀ ਖੋਜ ਕਰੋਗੇ, ਫਿਰ ਪਰਮੇਸ਼ਰ ਦਾ ਵਚਨ ਤੁਹਾਨੂੰ ਇੱਥੇ ਬੈਠੇਗਾ। ਭੈਣ ਨਹੀਂ ਤਾਂ ਉਹਨਾਂ ਚਿਰ ਵਚਨ ਤੁਹਾਡੇ ਉੱਪਰ ਦੀ ਗਿਆ। ਮਰਕਜ਼ ਦੀ ਕਿਤਾਬ 4 ਕਹਿੰਦਾ 20 ਬੀਜਣ ਵਾਲਾ ਤਾਂ ਬੀਜ ਗਿਆ, ਪਰ ਕਹਿੰਦਾ 20 ਉੱਤੋਂ ਦੀ ਗਿਆ ਨਿਕਲ ਗਿਆ। ਕਿਉਂਕਿ 20 ਕਿੰਨੀ ਤਰ੍ਹਾਂ ਦਾ ਹੀ, 20 ਇੱਕੋ ਤਰ੍ਹਾਂ ਦਾ ਹੀ, ਪਰ ਕੋਈ ਕੰਢਿਆਂ ਤੇ ਡਿੱਗਾ, ਕੋਈ ਝਾੜੀਆਂ ਦੇ ਵਿੱਚ, ਕੋਈ ਚੰਗੀ ਜਗ੍ਹਾ ਤੇ ਡਿੱਗਾ। ਜਿਹੜੇ ਭੈਣ ਭਾਈ ਇੱਥੋਂ ਬਚਨ ਲੈ ਜਾਂਦੇ ਆ, ਜੋ ਪ੍ਰਭੂ ਦੇ ਦਾਸ ਨੇ ਜਾਂ ਦਾਸ ਨੇ ਬੋਲੇ, ਜਿਹੜਾ ਬਚਨ ਇੱਥੋਂ ਲੈ ਜਾਂਦੇ ਆ, ਉਹਦਾ ਫਲ ਲੈ ਕੇ ਆਵੇਗਾ ਹੀ ਆਵੇਗਾ। ਭੈਣ ਭਾਈ ਕਿਉਂਕਿ ਮਸੀਹ ਦੇ ਵਿੱਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ। ਜਿੱਥੇ ਮਰਜ਼ੀ ਭੱਜ ਲਓ ਭੈਣ ਭਾਈ, ਕਿਉਂਕਿ ਮੈਂ ਆਪ ਤੁਹਾਨੂੰ ਕਿਉਂ ਗਵਾਹੀ ਦੇ ਰਿਹਾ, 8 ਸਾਲ ਦੇ ਵਿੱਚ ਪਰਮੇਸ਼ਰ ਨੇ ਖੜਾ ਕੀਤਾ ਭੈਣ ਭਾਈਓ, 8 ਸਾਲ ਦੇ ਵਿੱਚ, ਕਿਉਂਕਿ ਆਹ ਰਿਜ਼ਲਟ ਹੁੰਦਾ ਹੈ ਭੈਣ ਭਾਈ। 8 ਸਾਲ ਦੇ ਵਿੱਚ ਪਰਮੇਸ਼ਰ ਨੇ ਖੜਾ ਕੀਤਾ, ਔਰ ਪ੍ਰਭੂ ਇੱਥੋਂ ਤੱਕ ਲੈ ਕੇ ਆਇਆ। ਜਦੋਂ ਮੈਂ ਸੰਗਤ ਸ਼ੁਰੂ ਕੀਤੀ, ਆਹ ਕਮਰੇ ਦੇ ਵਿੱਚ ਕੀਤੀ ਸੀ, ਔਰ 7 ਤੋਂ 9 ਲੋਕ ਸਿਰਫ, ਇਹ ਤੋਂ ਵੱਧ ਲੋਕ ਨਹੀਂ ਗਏ। ਪਰਮੇਸ਼ਰ ਦੇ ਪ੍ਰਭੂ ਦੇ ਦਾਸੀ, ਮੈਂ ਤੁਹਾਨੂੰ ਅੱਜ ਫਿਰ ਕਹਾਈ, ਪ੍ਰਭੂ ਦੇ ਦਾਸੀ ਕਹਿੰਦੀ ਐਵੇਂ ਤੁਰੇ ਫਿਰਦੇ ਨੇ ਸੜਕਾਂ ਦੇ ਉੱਤੇ, ਬਾਹਾਂ ਕਾਲੀਆਂ ਹੁੰਦੀਆਂ, ਤੁਹਾਡੇ ਮੂੰਹ ਕਾਲੇ ਹੁੰਦੇ, ਐਵੇਂ ਲੋਕਾਂ ਘਰ ਤੁਰੇ ਫਿਰਦੇ ਨੇ, ਪਲਾਂਗ ਠੀਕ ਆ, ਤੁਹਾਨੂੰ ਮਿਲਦਾ ਮੁਲਦਾ ਕੁਛ ਹੈ ਨਹੀਂ, ਐਵੇਂ ਤੁਰੇ ਫਿਰਦੇ ਭੱਜੇ। ਜਦੋਂ ਮਜੀਠੇ ਚਰਚ ਖੋਲੀ, ਉਦੋਂ 15 ਲੋਕ, 15 ਤੋਂ ਅਗਲੇ ਹਫ਼ਤੇ 25, 25 ਤੋਂ 35, 35 ਤੋਂ 45, 45 ਬੜਾ ਚਿਰ ਲੋਕ ਰਹੇ, 45 ਤੋਂ 50 ਲੋਕ ਬੜਾ ਚਿਰ ਰਹੇ। ਪਰ ਇਸ ਟਾਈਮ ਤੇ ਪਰਮੇਸ਼ਰ ਦੀ ਬਾਤ, ਹਾਲੇ ਲੋਕ ਸ਼ਿਫਾ ਲੈ ਕੇ ਪਿੱਛੇ ਹਟਿਆ, ਨਹੀਂ ਤੇ ਇਸ ਟਾਈਮ ਤੇ ਇੱਥੇ 300 ਤੋਂ ਵੀ ਕਮ ਲੋਕੀ ਅੱਗੇ ਜਾਣ ਪਏ, ਪਿੱਛੇ ਹਟੇ, ਬੜੇ ਪਿੱਛੇ ਹਟੇ ਲੋਕੀ ਸ਼ਿਫਾ ਲੈ ਕੇ ਪਿੱਛੇ। ਆਪਾਂ ਨੂੰ ਅੱਜ ਕੀ ਲੋੜ ਹੈ, ਪਰਮੇਸ਼ਰ ਕੋਲ ਇੱਕੋ ਜਿਹੀ ਚੀਜ਼ ਹੈਗੀ, ਇੱਕੋ ਬਰਕਤ ਨਹੀਂ ਹੈਗੀ, ਉਹਦੇ ਕੋਲ ਬੜੀਆਂ ਬਰਕਤਾਂ ਨੇ ਭੈਣ ਭਾਈ, ਬਹੁਤ ਜ਼ਿਆਦਾ। ਫਿਰ ਜੋ 4-5 ਛੱਡ ਕੇ ਚਲੇਗਾ ਉਹ ਬਰਕਤ, ਪਰਮੇਸ਼ਰ ਨੇ ਤੁਹਾਡੇ ਵਾਸਤੇ ਹੋਰ ਸਭ ਤੋਂ ਵੱਡੀ ਬਰਕਤ ਤੁਹਾਡੇ ਜੀਵਨ 'ਚ ਹੈ, ਆਪਾਂ ਸਦੀਵਕ ਜੀਵਨ ਲੈਣਾ। ਸਾਰਿਆਂ ਨਾਲੋਂ ਵੱਡੀ ਬਰਕਤ ਇਹ ਹੈ ਭੈਣ ਭਾਈਓ। ਫਿਲਪੀਆਂ ਦੀ ਕਿਤਾਬ ਕਹਿੰਦਾ, ਮੈਂ ਕਹਿੰਦਾ ਆਨੰਦ ਲਵੋ, ਤੇ ਫਿਰ ਕਹਿੰਦਾ ਹਾਂ ਆਨੰਦ ਲਵੋ। ਜੇ ਆਪਾਂ ਇੱਥੇ ਜੀਵਨ ਦੇ ਵਿੱਚ ਆਨੰਦ ਲੈਣੇ, ਭੋਗ ਵਿਲਾਸ ਲੈਣੇ, ਤੇ ਆਪਾਂ ਪਰਮੇਸ਼ਰ ਦੇ ਵਚਨ 'ਚ ਅੱਗੇ ਜਾ ਕੇ ਕੀ ਲੈਣਾ, ਆਨੰਦ ਲੈਣਾ। ਕਿਉਂਕਿ ਪਰਮੇਸ਼ਰ ਦਾ ਵਚਨ ਮੱਤੀ ਦੀ ਅੰਜੀਲ ਵਿੱਚ ਲਿਖਿਆ, ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਦੀ। ਪੜੋ ਇੱਕ ਵਚਨ ਫਿਰ, ਮੱਤੀ ਦੀ ਅੰਜੀਲ 6 ਬਾਰ।
ਉਹਦੇ 25 ਹੈ 6 ਦੀ 25 ਬੋਲ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ। ਭਲਾ ਤ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਰਤਨ ਨਾਲੋਂ ਵਧੇਕ ਨਹੀਂ? ਹਾਲੇਲੂਇਆ। ਹੁਣ ਦੱਸੋ ਵੀ ਆਪਾਂ ਕਿਹੜੀ ਗੱਲ ਦੀ ਚਿੰਤਾ ਕਰ ਰਹੇ ਹਾਂ? ਆਪਾਂ ਕਰਜ਼ੇ ਦੀ ਚਿੰਤਾ ਕਰ ਰਹੇ ਹਾਂ। ਕਰਜ਼ੇ ਦੀ ਇੱਕ ਹੋਰ ਗਵਾਹੀ ਆ ਰਹੀ ਆ, ਧਾਰੀਵਾਲ ਨੂੰ ਆ ਰਹੀ ਆ। ਅੱਜ ਆਇਆ ਨਹੀਂ, ਉਹਦਾ ਵੀ ਕਰਜ਼ਾ, ਕਹਿੰਦਾ ਸਵੇਰੇ ਮੈਨੂੰ ਕੋਲ ਆਈ ਉਹਦੀ, ਕਹਿੰਦਾ ਸੰਜੇ ਜਦੋਂ ਦਾ ਮੈਂ ਚੈੱਕ ਵਿੱਚ ਆਉਣ ਲੱਗਾ ਨਾ, ਕਹਿੰਦਾ ਮੇਰਾ ਸਾਰਾ 2014 ਤੋਂ 15 ਨੂੰ ਕਹਿ ਰਿਹਾ ਸੀ, ਕਹਿੰਦਾ 2015 ਦੇ ਵਿੱਚ ਲੈ ਕੇ ਤੇ 2023 ਤੱਕ ਮੇਰਾ ਕਰਜ਼ਾ ਨਹੀਂ ਲੱਥਾ ਸੀ। ਕਹਿੰਦਾ ਹੁਣ 1.5 ਸਾਲ ਹੋ ਗਿਆ ਮੈਨੂੰ ਚੱਕ, ਜਿੰਨਾ ਮੇਰਾ ਕਰਜ਼ਾ ਸੀ ਸਿਰਫ ਪਤਾ ਨਹੀਂ ਕਿੰਨਾ 50 ਕੇ 60,000, ਸਿਰਫ ਕਹਿੰਦਾ 5,000 ਰੁਪਇਆ ਹੁਣ ਗਿਆ ਰਹਿ ਗਿਆ। ਕਹਿੰਦਾ ਉਹਨੇ ਵਿਆਜ ਜ਼ਿਆਦਾ ਬਣਾਇਆ, ਕਹਿੰਦਾ ਕਰਜ਼ਾ ਸਾਰਾ ਮੇਰਾ ਕੀ ਆ ਉਤਰ ਗਿਆ। ਕਿਉਂਕਿ ਉਹ ਵੀ ਅੱਜ ਗਵਾਹੀ ਆ ਗਈ ਸੀ, ਅੱਜ ਉਹ ਕਹਿੰਦਾ ਮੈਨੂੰ ਕੱਲ ਤੋਂ ਮਿਲ ਲੱਗੀ, ਮੈਂ ਤਾਂ ਨਹੀਂ ਆ ਰਿਹਾ। ਇਸ ਕਰਕੇ ਭੈਣ ਭਰਾ, ਜਦੋਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਚੱਲੀਏ ਨਾ, ਮਲਾਕੀ ਦੀ ਕਿਤਾਬ 3 ਉਹਦੀ 10 ਕਹਿੰਦਾ ਸਾਰੇ ਦਸਵੰਧ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆ, ਮੈਂ ਤੇਰੇ ਵਾਸਤੇ ਕਾਗਜ਼ ਦੀਆਂ ਖਿੜਕੀਆਂ ਕੀ ਆ ਖੋਲਾਂਗਾ। ਪਰ ਕਾਗਜ਼ ਦੀਆਂ ਖਿੜਕੀਆਂ ਤਾਂ ਖੁੱਲ ਜਾਣਗੀਆਂ, ਪਰ ਖੁੱਲਣਗੀਆਂ ਕਿਤਨਾ? ਸਾਰੇ ਦਸਵੰਧ। ਪਹਿਲੇ ਨੰਬਰ ਤੇ ਪਰਮੇਸ਼ਰ ਦਾ ਵਚਨ, ਫਿਰ ਪ੍ਰਾਰਥਨਾ, ਫਿਰ ਫਾਸਟਿੰਗ, ਚੌਥੇ ਨੰਬਰ ਤੇ ਪਿਆ ਹੁੰਦਾ ਆਪਣੇ ਨੇਕ ਕਮਾਈ ਦੇ ਦਸਵੰਧ। ਕਿਉਂਕਿ ਉਹਦੇ ਦਸਵੰਧ ਕਿੱਥੇ ਜਾਣਾ? ਜੋ ਆਪਾਂ ਹੁਣ ਨੇਕ ਫੜ ਲਿਆ, ਕਿਉਂਕਿ ਜੋ ਵੀ ਵਿਧਵਾ ਦਾ ਸੌਦਾ ਸ਼ੁਰੂ ਕਰਨ ਲੱਗੇ ਆ, ਕਿਉਂਕਿ ਉਹ ਕਿਹਦੇ ਨਾਲ ਸਹਿਯੋਗ ਨਾ ਹੋਏਗਾ, ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਅੱਗੇ ਕੀ ਉਹ ਕੰਮ ਕੀਆ ਵਧੇਗਾ। ਕਿ ਮੇਰੇ ਇਕੱਲੇ ਨਾਲ ਵਾਜੇਗਾ, ਕਿਹੜੇ ਸਹਿਮਤ ਮੇਰੇ ਨਾਲ ਵੀ ਸਾਡੇ ਸਹਿਯੋਗ ਨਾਲ ਵਧੇਗਾ? ਹੱਥ ਖੜਾ ਕਰੋ। ਉਹ ਕਿਤਨਾ ਵਧੇਗਾ? ਕਈ ਦੇ ਆਗੇ, ਕਈਆਂ ਨਾਲ ਹੱਥ ਨਾ ਖੜੇ ਕੀਤੇ, ਕਿਉਂਕਿ ਭੈਣ ਭਾਈਓ ਤੁਹਾਡੇ ਸਹਿਯੋਗ ਦੇ ਨਾਲ ਹੀ ਹੋਣਾ ਸਾਰਾ ਕੁਝ। ਮੈਂ ਕੱਲਾ ਨਹੀਂ ਕੁਝ ਵੀ ਕਰ ਸਕਦਾ। ਸਿਆਣੇ ਕਹਿੰਦੇ ਨੇ ਕੱਲਾ ਤਾਂ ਰੁੱਖ ਨਾ ਹੋਵੇ। ਇਸ ਕਰਕੇ ਭੈਣ ਭਾਈਓ, ਸਾਡੇ ਭੈਣ ਭਾਈ ਦੇ ਸਹਿਯੋਗ ਨਾਲ ਇੱਥੇ ਪਰਮੇਸ਼ਰ ਦਾ ਵਚਨ ਕੀ ਹੈ, ਮੱਤੀ ਦੀ 6:25, ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ, ਜੋ ਆਪਣੇ ਪ੍ਰਾਣਾਂ ਦੀ ਚਿੰਤਾ ਨਾ ਕਰੋ, ਕਿਉਂਕਿ ਜੋ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਨਾ ਆਪਣੇ ਸਰੀਰ ਦੇ ਕੀ ਜੋ ਕੀ ਆ ਪਹਿਨਾਂਗੇ। ਜੇ ਆਪਾਂ ਪਹਿਲਾਂ ਮੋਤੀ ਉਹਦੀ 6 ਵਿੱਚ ਚੱਲ ਜਾਂਦੇ, ਉੱਥੇ ਕਹਿੰਦਾ ਮੈਂ ਤੁਹਾਨੂੰ ਇੰਨਾ ਬਥੇਰਾ ਭੋਜਨ ਵਸਤਰ ਮੈਂ ਤੁਹਾਨੂੰ ਕੀ ਆ ਦੇ ਦਿੱਤੇ। ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਭੈਣ ਕੋਈ ਲੋੜ ਨਹੀਂ ਹੈਗੀ ਆ। ਪਹਿਲੀ ਗੱਲ ਤੇ ਭੈਣਾਂ ਜਦੋਂ ਆਉਂਦੀਆਂ ਨਾ, ਆਪਣੀ ਚੁੰਨੀ ਦੇ ਨਾਲ ਇੱਕ ਚਾਬੀ ਬੰਨੀ ਹੁੰਦੀ ਆ। ਉਹ ਤੁਸੀਂ ਐਡੇ ਵੱਡੇ ਰਾਜਿਆਂ ਦੇ ਰਾਜੇ ਦਾ ਤੁਸੀਂ ਭਵਨ ਦੇ ਵਿੱਚ ਆਏ ਜੇ, ਉਹ ਤੁਹਾਡੇ ਸਵਰਗਦੂਤ ਉੱਥੇ ਰਾਖੀ ਕਰਦੇ ਹੁੰਦੇ ਭੈਣ ਭਾਈਓ। ਸਵਰਗਦੂਤ ਉਹ ਚਾਬੀ ਨੂੰ ਸਾਂਭ ਕੇ ਰੱਖਣੇ, ਪੱਲੇ ਨਾਲ ਹੈਗੀ ਕਿ ਨਹੀਂ ਹੈਗੀ? ਭਲਾ ਨਿੱਕੀ ਜਿਹੀ ਇੱਕ ਚਾਬੀ, ਉਹਨੂੰ ਸਾਂਭ ਫਿਰ ਵੇਖਣਾ ਕਿ ਚਾਬੀ ਹੈਗੀ ਕਿ ਨਹੀਂ ਹੈਗੀ। ਪਰ ਪਰਮੇਸ਼ਵਰ ਤੁਹਾਡੀ ਐਡੇ ਸਵਰਗਦੂਤ ਤੁਹਾਡੀ ਰਕਸ਼ਾ ਕਰਦੇ ਨੇ ਭੈਣ ਭਾਈਓ। ਮੈਂ ਤੁਹਾਨੂੰ ਉਦੋਂ ਨੂੰ ਦੱਸਿਆ, ਬੱਚੀ ਜਿਹੜੀ ਆ ਦੁਸ਼ਟ ਆਤਮਾ ਜਗਦੀ ਇੱਥੇ ਬੈਠੀ ਸੀ, ਤੁਹਾਡੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਪਰਮੇਸ਼ਰ ਵਚਨ ਦੁਆਰਾ। ਮੈਂ ਉੱਥੇ ਖੜਾ ਸੀ, ਉੱਥੇ ਉਹ ਜਿੱਥੇ ਬਾਂਸ ਲੱਗੇ, ਇਹ ਇੱਥੇ ਬੱਚੀ ਇੱਥੇ ਸੀ, ਉੱਥੋਂ ਦਬਕਾ ਮਾਰਿਆ, ਉਹ ਦੁਸ਼ਟਾ ਚੱਲ ਯਿਸੂ ਦੇ ਨਾਮ ਦੇ ਵਿੱਚ। ਉਸੇ ਵੇਲੇ ਕੁੜੀ ਕੀ ਹੋ ਗਈ? ਥੱਲੇ ਡੇ ਕੇ ਦੁਸ਼ਟ ਆਤਮਾ ਨੂੰ ਛੱਡ ਕੇ ਕੀ ਚਲੇ ਗਿਆ। ਕਿਉਂਕਿ ਆਪਣੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਭੈਣ ਭਾਈਓ, ਦਲੇਰੀ ਹੋਣੀ ਚਾਹੀਦੀ ਹੈ ਪਰਮੇਸ਼ਰ ਦੇ ਵਚਨ ਦੀ। ਕਿਉਂਕਿ ਇਬਰਾਨੀਆਂ ਦੀ ਕਿਤਾਬ 10:35 ਕਹਿੰਦਾ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਾ, ਬਹੁਤਾ ਫਲ ਨਹੀਂ ਗਿਆ ਦਿਓਗੇ। ਤੁਹਾਡੇ ਅੰਦਰ ਪਰਮੇਸ਼ਰ ਦੇ ਵਚਨਾਂ ਦੀ ਦਲੇਰੀ ਹੋਣੀ ਚਾਹੀਦੀ ਹੈ ਭੈਣ ਭਾਈਓ। ਅਗਲੀ ਆਇਤ ਪੜ੍ਹੋ 26 ਹੈ। ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ, ਜੋ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ, ਅਤੇ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਪਿੱਤ ਪਾਲ ਕਰਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ? ਹਾਲੇਲੂਇਆ। ਹੁਣ ਆਪਾਂ ਕਿਹੜੀ ਗੱਲ ਦੀ ਚਿੰਤਾ ਕਰਨੀ ਹੈ? ਪਰਮੇਸ਼ਰ ਦੇ ਵਚਨ ਦੀ ਕਰਨੀ ਹੈ ਕਿ ਜਾਂ ਆਪਣੀ ਕਰਨੀ? ਹਾਲੇ ਵੀ ਉਹ ਕਹਿੰਦਾ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਕਹਿੰਦਾ ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ, ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਭੈਣ ਭਾਈਓ। ਕਹਿੰਦਾ ਅੱਗੇ ਕੀ ਲੈਂਦਾ 26 ਆਇਤ, ਕਹਿੰਦਾ ਨਾ ਆਕਾਸ਼ ਦੇ ਪੰਛੀ ਵੜਦੇ ਆ, ਨਾ ਭੜੋਲਿਆਂ 'ਚ ਇਕੱਠਾ ਕਰਦੇ, ਨਾ ਕੱਤਦੇ, ਨਾ ਬੀਜਦੇ ਆ, ਤੇ ਫਿਰ ਵੀ ਪਰਮੇਸ਼ਰ ਉਹਨਾਂ ਦੇ ਬਿਰਧ ਪਾਲ ਕੀਆ ਕਰਦਾ ਤੇ ਤੁਹਾਡੀ ਨਾ ਕਰੂਗਾ। ਕਹਿੰਦਾ ਤੁਸੀਂ ਉਹਨਾਂ ਨਾਲੋਂ ਕਿੰਨੇ ਉੱਤਮ ਜੇ। ਪਰਮੇਸ਼ਰ ਨੇ ਤੁਹਾਨੂੰ ਕੀ ਦਿੱਤਾ? ਹੱਥ ਦਿੱਤੇ, ਕੰਨ ਦਿੱਤੇ। ਜਦੋਂ ਆਪਾਂ ਜ਼ਬੂਰ 115 ਉਹਦੀ 13-14 ਆਇਤ ਵਿੱਚ ਕਹਿੰਦਾ ਕੀ ਛੋਟੇ ਕੀ ਵੱਡੇ ਮੈਂ ਸਭ ਨੂੰ ਕੀਆ ਬਰਕਤ ਦਿਆਂਗਾ। ਕਹਿੰਦਾ ਉਹਨਾਂ ਨਾਲੋਂ ਤੁਸੀਂ ਕਿੰਨੇ ਉੱਤਮ ਜੇ। ਜੇ ਆਪਾਂ ਉੱਥੇ ਲਿਖਿਆ ਨਿਕੰਮੇ ਬੁੱਤ ਦੇ ਸਿਰਜਣਹਾਰ ਪਰਮੇਸ਼ਵਰ, ਉਹਦਾ ਟਾਈਟਲ ਹੈ ਨਿਕੰਮੇ ਬੁੱਤ ਦੇ ਸਿਰਜਣਹਾਰ ਕੀਆ ਪਰਮੇਸ਼ਵਰ। ਕਹਿੰਦਾ ਉੱਥੇ ਲਿਖਿਆ ਜਿਹੜੇ ਬੁੱਤ ਹਨ
ਦਾ ਆਪਾਂ ਰਸੂਲਾਂ ਨੇ ਕਿਤਾਬ 17 ਦੀ 24 ਆਇਤ ਹੈ ਜਿਹਨਾਂ ਕਹਿੰਦਾ ਪਰਮੇਸ਼ਰ ਹੱਥ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵਸਦਾ। ਪਰਮੇਸ਼ਰ ਕਿੱਥੇ ਆ? ਤੁਹਾਡੇ ਦਿਲਾਂ ਦੇ ਅੰਦਰ ਭੈਣ ਭਾਈਓ। ਕਿਉਂਕਿ ਪਰਮੇਸ਼ਰ ਕਿੱਥੇ ਆ? ਕਹਿੰਦਾ ਉਹਨਾਂ ਨਾਲ ਤੁਸੀਂ ਕਿੰਨੇ ਉੱਤਮ ਜੇ। ਉੱਤਮ ਦਾ ਮਤਲਬ ਕੀ ਹੋਗਾ? ਕਹਿੰਦਾ ਉਹਨਾਂ ਨਾਲ ਤੁਸੀਂ ਬੜੇ ਚੰਗੇ ਜੇ ਭੈਣ ਭਾਈਓ। ਉਹਨਾਂ ਦੇ ਕਾਜ ਦੇ ਪੰਛੀਆਂ ਨਾਲੋਂ ਤੇ ਦੂਜੇ ਪਾਸੇ ਜੇ ਬੁੱਤਾਂ ਦੀ ਲੱਗੀ ਨਾ ਪਹਿਚਾਣ, ਕਹਿੰਦਾ ਉਹਨਾਂ ਦੇ ਬੁੱਤ ਹਨ ਪਰ ਉਹ ਸੁਣਦੇ ਨਹੀਂ, ਉਹਨਾਂ ਦੇ ਕੰਨ ਹਨ ਉਹ ਸੁਣਦੇ ਨਹੀਂ, ਉਹਨਾਂ ਦੇ ਹੱਥ ਹਨ ਉਹ ਫੜਦੇ ਨਹੀਂ। ਤੁਸੀਂ ਤਾਂ ਭੈਣ ਭਾਈਓ ਤੁਹਾਨੂੰ ਸਾਰਾ ਕੁਝ ਪਰਮੇਸ਼ਰ ਦਾ ਅੱਖਾਂ ਦਿੱਤੀਆਂ, ਨੱਕ, ਕੰਨ, ਹੱਥ, ਪੈਰ ਸਾਰਾ ਕੁਝ ਦਿੱਤਾ। ਕਾਜ ਦੇ ਪੰਛੀਆਂ ਨਾਲੋਂ ਤੁਸੀਂ ਕਿੰਨੇ ਉੱਤਮ ਜੇ ਭੈਣ ਭਾਈਓ। ਤੁਸੀਂ ਸਾਰਾ ਕੁਝ ਕਰ ਸਕਦੇ ਜੇ ਤੇ ਤੁਸੀਂ ਉਹਨਾਂ ਨੂੰ ਆਪਾਂ ਭੈਣ ਭਾਈਓ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਰਮੇਸ਼ਰ ਨੇ ਸਾਨੂੰ ਬੜਾ ਉੱਤਮ ਦਿੱਤਾ। ਤਨ ਹੈ ਜ਼ਬੂਰ 119 ਦੀ ਫਸਟ ਹੈ, ਤਨ ਸਾਨੂੰ ਜਿਹੜੀ ਪਰਮ ਚਾਲ ਕੀ ਆ ਚੱਲਦਾ ਹੈ ਤਾਂ ਉਹਦੀ ਵਿਸਤਾਰ ਤੇ ਧਿਆਨ ਕੀਤਾ ਕਰਦਾ ਹੈ। ਉਹਦੀ ਵਿਸਤਾਰ ਤੇ ਪਰਮੇਸ਼ਰ ਦੇ ਬਚਨ ਵਿੱਚ ਧਿਆਨ ਕਰੋ ਭੈਣ ਭਾਈਓ। ਜੇ ਮੈਨੂੰ ਆਜ਼ਾਦ ਕੀਤਾ, ਮੈਂ ਕਹਿੰਦਾ ਕਿ ਹੋਰ ਬਚਨ, ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ, ਮੈਨੂੰ ਸਿਰਫ ਇਹੋ ਪਰਮੇਸ਼ਰ ਨੇ ਆ ਕੇ ਗਵਾਈਆਂ ਇੱਥੇ ਬੰਦ, ਮੈਨੂੰ ਹੋਰ ਕੋਈ ਲਾਲਚ ਨਹੀਂ ਹੈਗਾ। ਇੰਨੇ ਬੱਚੇ ਵੀ ਹੋਏ ਆ, ਕੋਈ ਬਾਹ ਖੜੀ ਕਰਕੇ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਸੰਜੀਤ ਜੀ ਸਾਡੇ ਕੋਲ ਪੈਸੇ ਮੰਗੇ। ਮੈਂ ਕਹਿੰਦਾ ਸਿਰਫ ਓਨਲੀ ਗਵਾਹੀ ਪਰਮੇਸ਼ਰ ਦੀ ਆ ਕੇ ਦੋ ਔਰ ਆਪਣੇ ਦਸਵੰਧ ਭੇਜਣੇ ਕੀ ਆ ਸ਼ੁਰੂ ਕਰੋ ਭੈਣ ਭਾਈ। ਸਿਰਫ ਗਵਾਹੀ, ਕਿਉਂਕਿ ਗਵਾਹੀ ਨਾਲ ਪਰਮੇਸ਼ਰ ਖੁਸ਼ ਹੁੰਦੇ ਆ। ਮੈਂ ਤਾਂ ਆਪੇ ਖੁਸ਼ ਹੋ ਹੀ ਜਾਣਾ ਭੈਣ ਭਾਈ, ਕਿਉਂਕਿ ਮੈਂ ਜਿੱਥੇ ਵੀ ਜਾਣਾ ਗਵਾਹੀਆਂ ਲਿਖੀਆਂ ਹੁੰਦੀਆਂ ਮੇਰੇ ਕੋਲ ਵੀ ਤੁਸੀਂ ਆਵੇ ਤੁਹਾਡੇ ਜੀਵਨ ਇਹ ਸਮਝੋ ਸਾਡੇ ਜੀਵਨ ਦੀ ਛੋਟੀ ਗਵਾਹੀ ਬਣਦੀ ਹੈ। ਗਵਾਹੀ ਹਮੇਸ਼ਾ ਵੱਡੀ ਕੀ ਆ ਹੁੰਦੀ ਭੈਣ ਭਾਈ। ਗਵਾਹੀ ਹਮੇਸ਼ਾ ਵੱਡੀ ਹੁੰਦੀ ਆ ਕਿਉਂਕਿ ਪਰਮੇਸ਼ਰ ਦੇ ਵਚਨ ਦੁਆਰਾ ਗਵਾਹੀ ਜਦੋਂ ਆਪਾਂ ਦਿੰਦੇ ਨਾ ਪਰਮੇਸ਼ਰ ਖੁਸ਼ ਹੁੰਦੇ ਆ। ਪਰਮੇਸ਼ਰ ਲੋਕਾਂ ਦੇ ਦਿਲ ਵਿੱਚ ਲਿਖਿਆ ਇੱਕ ਰੂਹ ਬਾਜਦੇ ਲੱਖਾਂ ਸਵਰਗ ਦੂਤ ਕੀ ਆ ਖੁਸ਼ ਹੁੰਦੇ ਭੈਣ ਭਾਈ। ਰੂਹਾਂ ਬਚਾਉਣੀਆਂ ਭੈਣ ਭਾਈ, ਪਰਮੇਸ਼ਰ ਦੇ ਨਾਮ ਦੀਆਂ ਸਾਖੀਆਂ ਦੇਣੀਆਂ ਭੈਣ ਭਾਈ। ਕਿਉਂਕਿ ਆਪਾਂ ਇੱਥੇ ਕੀ ਲਿਖਦਾ ਅਗਲੀ 27 ਆਇਤ ਕੋਲ, ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸਕਦਾ ਹੈ? ਹਾਲੇਲੂਇਆ। ਹੁਣ ਦੱਸੋ ਵੀ ਆਪਾਂ ਚਿੰਤਾ ਕਰੀ ਜਾਂਦੇ, ਚਾਬੀ ਦੀ ਚਿੰਤਾ ਕਰਦੇ ਆ। ਕਹਿੰਦਾ ਤੁਹਾਡੇ ਵਿੱਚੋਂ ਕਿਹੜਾ ਵਾ ਚਿੰਤਾ ਕਰਕੇ ਇੱਕ ਪਲ ਵੀ ਆਪਣੀ ਉਮਰ ਕੀ ਆ ਵਧਾ ਸਕਦਾ? ਤੇ ਉੱਥੇ ਦੋ ਬਾਦਸ਼ਾਹ ਕੀ ਕਹਿ ਰਿਹਾ? ਜ਼ਬੂਰ 39 ਉਹਦੀ 5 ਹੈ ਕੀ ਕਹਿ ਰਿਹਾ? ਕਹਿੰਦਾ ਮੈਂ ਤੇਰੇ ਸਾਹ ਕਿੰਨੇ ਨੇ, ਕਿੰਨੇ ਠਹਿਰਾਏ ਨੇ? ਕਹਿੰਦਾ ਚੱਪਾ ਪਰ, ਕਹਿੰਦਾ ਇੰਨੇ ਤੇਰੇ ਮੈਂ ਸਾਹ ਕੀਆ ਠਹਿਰਾਏ ਹੋਏ। ਕਹਿੰਦਾ ਆਦਮੀ ਜਿੰਨਾ ਮਰਜ਼ੀ ਧਨ ਇਕੱਠਾ ਕਰ ਲੇ, ਵਿਅਰਥ ਰੌਲਾ ਪਾਉਂਦਾ, ਧਨ ਜੋੜਦਾ, ਪਰ ਪਤਾ ਨਹੀਂ ਸਾਂਭੇਗਾ ਕੌਣ। ਕਹਿੰਦੇ ਇਹ ਨਹੀਂ ਕੋ ਪਤਾ ਕਿੰਨੇ ਸਾਂਭਣਾ। ਤੁਸੀਂ ਚਿੰਤਾ ਕਰਕੇ ਮੇਰੀ ਮੇਰੀ ਕਰਕੇ ਇੱਥੇ ਆਪਾਂ ਕਹਿੰਦੇ ਆ ਮੇਰੀ ਆ, ਆ ਮੇਰੀ ਆ। ਕਿਉਂਕਿ ਧਾਰਨਾ ਤੇ ਬੜੀਆਂ ਮੈਂ ਤੁਹਾਨੂੰ ਦੱਸ ਵੀ ਸਕਦਾ ਪਰ ਸਮਾਂ ਨਹੀਂ ਹੁੰਦਾ, ਕਿਉਂਕਿ ਆ ਮੇਰੀ ਆ ਚੀਜ਼ ਮੇਰੀ ਆ, ਪਰ ਰੌਲਾ ਪਾਉਂਦੇ ਸਾਰਾ ਕੰਮ ਕਰਦੇ ਆ। ਪਰ ਕਹਿੰਦਾ ਤੁਸੀਂ ਵਿਅਰਥ ਰੌਲਾ ਪਾਉਂਦੇ ਪਰ ਪਤਾ ਨਹੀਂ ਸਾਂਭੇਗਾ ਕੌਣ, ਕੋਈ ਨਹੀਂ ਜਾਣਦਾ। ਕਿਉਂਕਿ ਸਾਹ ਆਉਣਾ ਔਰ ਨਹੀਂ ਆਉਣਾ ਪਰਮੇਸ਼ਰ ਦੇ ਹੱਥ ਵਾਸਤੇ ਆ। ਕਿਉਂਕਿ ਜਿਉਣ ਤੇ ਮਰਨ ਕਿਹਦੇ ਕੋਲ ਆ? ਪਰਮੇਸ਼ਰ ਦੇ ਕੋਲ ਭੈਣ ਭਾਈ। ਕਿਉਂਕਿ ਸਿਰਫ ਉਹਦੇ ਕੋਲ ਆ। ਕਿਉਂਕਿ ਜਦੋਂ ਅਸੀਂ ਵੀ ਬਾਹਰ ਜਾਂਦੇ ਨਾ ਇਥੋਂ ਪ੍ਰਾਰਥਨਾ ਕਰਦੇ ਪਰਮੇਸ਼ਰ ਸਹੀ ਸਲਾਮਤ ਲੈ ਕੇ ਜਾਈ, ਸਹੀ ਸਲਾਮਤ ਵਾਪਸ ਲੈ ਕੇ ਕੀ ਆ ਆਈ ਹੈ। ਕਿਉਂਕਿ ਭੈਣ ਭੋਲੀ ਦੇ ਰਾਜ ਦੀ ਗਵਾਹੀ ਸੁਣ ਲਈਏ ਨਾ ਆਪਾਂ ਪਰਮੇਸ਼ਰ ਨੂੰ। ਮੈਂ ਤੁਹਾਨੂੰ ਅੱਜ ਕੱਲ ਆਪਣੇ ਦਿਲ ਦੀਆਂ ਡਾਇਰੀਆਂ ਦਾ ਨੋਟ ਕਰ ਲਓ ਭੈਣ ਭਾਈਓ। ਜਦੋਂ ਜਾਣਾ ਆਪਾਂ ਕੰਨ ਵਿੱਚ ਬੂਰ ਨਹੀਂ ਛੱਡਣਾ, ਕੰਨ ਵਿੱਚ ਬੂਰ ਨਹੀਂ ਛੱਡਣਾ ਭੈਣ ਭਾਈਓ। ਆਪਣੇ ਜਦੋਂ ਘਰੋਂ ਜਾਣਾ ਪ੍ਰਾਰਥਨਾ ਕਰਕੇ ਔਰ ਕੰਨ ਵਿੱਚ ਬੂਰ ਆਪਣੇ ਰਸਤੇ ਦੇ ਵਿੱਚ ਹੋਰ ਨਹੀਂ, ਜਿਨ੍ਹਾਂ ਨੂੰ ਨਹੀਂ ਆਉਂਦਾ ਕੰਨ ਵਿੱਚ ਬੂਰ, ਪਰਮੇਸ਼ਰ ਤੇਰਾ ਧੰਨਵਾਦ ਔਰ ਪ੍ਰਭੂ ਸਵਰਗਦੂਤਾਂ ਦੇ ਪਹਿਰੇ ਲਾ ਕੇ ਕੀਆ ਰੱਖੀ ਕਰੋ, ਪ੍ਰਾਰਥਨਾ ਕਰਕੇ ਭੈਣ ਭਾਈ ਨਿਕਲਿਆ ਕਰੋ। ਕਦੀ ਰਸਤੇ ਵਿੱਚ ਤੁਹਾਡਾ ਐਕਸੀਡੈਂਟ ਨਹੀਂ ਹੋਏਗਾ ਭੈਣ ਭਾਈ। ਮੈਂ 3 ਵਾਰੀ ਬਚਿਆ, 3 ਵਾਰੀ ਪਰਮੇਸ਼ਰ ਨੇ ਮੈਨੂੰ ਬਚਾ ਕੇ ਰੱਖਿਆ। ਨਹੀਂ ਤੇ ਮੇਰਾ ਇੰਨਾ ਮੰਦਾ ਐਕਸੀਡੈਂਟ ਮੈਂ ਅੱਖਾਂ ਬੰਦ ਕਰ ਲਿਆ ਭੈਣ ਭਾਈ, ਅੱਖਾਂ ਬੰਦ ਕਰ ਲਿਆ ਵੀ ਮੈਂ ਅੱਜ ਨਹੀਂ ਬਚਣਾ। ਪਰ ਕੌਣ ਬਚਾ ਕੇ ਲੈ ਕੇ ਆਉਂਦਾ ਹਰ ਵੇਲੇ? ਪਰਮੇਸ਼ਰ ਦੇ ਸਵਰਗਦੂਤ ਕੀ ਕਰਦੇ ਨੇ? ਰਕਸ਼ਾ ਕਰਦੇ ਭੈਣ ਭਾਈ ਹਰ ਵੇਲੇ। ਪਰਮੇਸ਼ਰ ਨੇ 4 ਸਵਰਗਦੂਤ ਦਿੱਤੇ ਆ, ਉਹ ਰਕਸ਼ਾ ਕੀਆ ਕਰਦੇ। ਮੇਰਾ ਰੋਜ਼ ਆਤਮਾ ਦੁਆਰਾ ਜੋ ਤੂੰ ਜੋ ਮੋਟਰਸਾਈਕਲ ਤੇ ਚੜਦਾ ਰੋਜ਼ ਇੱਕ ਪਾਸੇ ਇੱਧਰ ਤੈਨੂੰ ਅੱਜ ਮਾਰਨਾ, ਕਾਲੇ ਕੱਪੜਿਆਂ ਨਾਲ ਭੱਜਿਆ ਜਾਂਦਾ, ਦੂਜੇ ਪਾਸੇ ਪਰਮੇਸ਼ਰ ਦੇ ਸਵਰਗਦੂਤ ਕੀਆ ਨਾਲ ਹੁੰਦੇ, ਉਸੇ ਵੇਲੇ ਬਚਾ ਕੀਆ ਕਰਦੇ ਭੈਣ ਭਾਈ। ਅੱਜ ਇੱਕ ਮੈਂ ਤੁਹਾਨੂੰ ਇਸੇ ਕਰਕੇ ਰਾਜੇ ਦੇ ਐਕਸੀਡੈਂਟ ਤੋਂ ਮੈਨੂੰ ਚੇਤਾ ਕਿ ਆਪਾਂ ਪਰਮੇਸ਼ਰ ਦੇ ਵਚਨ ਦੁਆਰਾ ਜਦੋਂ ਵੀ ਜਾਣਾ ਘਰੋਂ ਪ੍ਰਾਰਥਨਾ ਕਰਕੇ ਚੱਲਣਾ ਔਰ ਪਰਮੇਸ਼ਰ ਦੇ ਬਲੱਡ ਵਿੱਚ ਆਪਣੇ ਆਪ ਨੂੰ ਆਪਣੀ ਮਸ਼ੀਨਰੀ ਨੂੰ ਕਵਰ ਕਰਕੇ ਜਾਣਾ ਭੈਣ ਭਾਈ। ਕਿ ਰਸਤੇ 'ਚ ਰਾਹ ਜਿਹੜੀਆਂ ਸਫਰ ਸਾਡਾ ਗਿਆ ਮੁਬਾਰਕ ਕਰਨਾ ਭੈਣ ਭਾਈ, ਕਿਉਂਕਿ ਫਿਰ ਜ਼ਿੰਦਗੀ ਆ ਬਚਾਏ ਜਾਓਗੇ। ਕਿਉਂਕਿ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ। ਸਿਰਫ ਕਿਹਦੀ ਚਿੰਤਾ ਹੋਣੀ ਚਾਹੀਦੀ ਤੁਹਾਨੂੰ? ਦੱਸੋ ਦੱਸੋ ਕਿਹਦੀ ਚਿੰਤਾ ਹੋਣੀ ਚਾਹੀਦੀ ਆ? ਉਹ ਦੱਸੋ ਪਰਮੇਸ਼ਰ ਦੇ ਪਿਆਰਿਓ, ਦੱਸੋ ਕਿਹਦੀ ਚਿੰਤਾ ਹੋਣੀ ਚਾਹੀਦੀ ਆ?
ਪਰਮੇਸ਼ਰ ਦੇ ਬਚਨ ਦੀ ਹਰ ਵੇਲੇ ਚਿੰਤਾ ਹੋਣੀ, ਉਹਦੀ ਪਿਆਸ ਹੋਣੀ ਚਾਹੀਦੀ ਆ। ਕਹਿੰਦਾ ਜਿਹੜੇ ਮੇਰੇ ਕੋਲ ਆਉਂਦਾ ਨਾ ਮੂਲੋ ਭੁੱਖ ਤੇ ਨਾ ਮੂਲੋ ਕੀ ਆ ਧਿਆਨ ਰਹਿੰਦਾ ਕਰਦੇ। ਪਰਮੇਸ਼ਰ ਦਾ ਵਚਨ ਹੀ ਆ ਤੁਹਾਨੂੰ ਤ੍ਰਿਪਤ ਕਰਦਾ ਭੈਣ ਭਾਈਓ, ਔਰ ਪਰਮੇਸ਼ਰ ਦਾ ਵਚਨ ਹੀ ਤੁਹਾਨੂੰ ਗਾਈਡ ਕਰਦਾ, ਕਿਉਂਕਿ ਪਰਮੇਸ਼ਰ ਦਾ ਆਤਮਾ ਤੁਹਾਨੂੰ ਅੱਗੇ ਲੈ ਕੇ ਜਾਵੇਗਾ। ਔਰ ਜਿਹੜੀਆਂ ਫਿਰ ਫੈਸਲੀਆਂ ਆਈਆਂ ਉਹ ਤੇ ਵਿਸ਼ਵਾਸ ਰੱਖੋ ਤੇ ਫੇਰ ਰੱਖੋ ਭੈਣ ਭਾਈਓ। ਪਰਮੇਸ਼ਰ ਦਾ ਆਤਮਾ ਜੋ ਕਹਿੰਦਾ ਉਹ ਕੀ ਆ ਕਰਦਾ। ਅਗਲੀ ਆਇਤ ਹਾਈ ਆਇਤ ਅਤੇ ਵਸਤਰ ਲਈ ਤੁਹਾਨੂੰ ਚਿੰਤਾ ਕਰਦੇ ਹੋ। ਜੰਗਲੀ ਸ਼ੋਸ਼ਨਾਂ ਨੂੰ ਵੇਖੋ ਜੋ ਉਹ ਕਿਕਰ ਵਧਦੇ ਹਨ, ਉਹ ਨਾ ਮਿਹਨਤ ਕਰਦੇ ਨਾ ਕੱਟਦੇ ਹਨ। ਹਾਲੇਲੂਇਆ। ਉਹਦਾ ਮਤਲਬ ਕਿ ਜੰਗਲੀ ਸ਼ੋਸ਼ਨਾਂ ਨੂੰ ਜਿਹੜੇ ਉਹਦੇ ਵਿੱਚ ਫੁੱਲ ਹੁੰਦੇ ਨੇ, ਕਹਿੰਦਾ ਉਹ ਨਾ ਮਿਹਨਤ ਕਰਦੇ ਨਾ ਕੱਟਦੇ ਨਾ ਕੀ ਆ ਉਹਨਾਂ ਵੱਲ ਧਿਆਨ ਕਰੋ। ਕਹਿੰਦਾ ਤੁਸੀਂ ਉਹਨਾਂ ਨਾਲੋਂ ਕਿੰਨੇ ਉੱਤਮ ਜੇ ਭੈਣ ਭਾਈਓ। ਪਰਮੇਸ਼ਰ ਹਰ ਗੱਲ ਦੀ ਤੁਹਾਨੂੰ ਕੀ ਆ ਉਹਨੇ ਸਾਫ਼ ਹੋ ਗਿਆ, ਤੁਹਾਨੂੰ ਹਰ ਕੁਝ ਦਿੱਤਾ ਉਹਨੇ ਭੈਣ ਭਾਈਓ। ਉਹਨੇ ਮੰਗਣ ਤੋਂ ਪਹਿਲਾਂ ਹੀ ਤੁਹਾਨੂੰ ਕੀ ਆ ਪਰਮੇਸ਼ਰ ਦੇਖੋ ਜਦੋਂ ਆਪਾਂ ਜਾਣਦੇ ਨਾ ਬੱਤੀ ਦੇ ਜਿਵੇਂ ਲਿਖਿਆ ਕਹਿੰਦਾ ਪਰਮੇਸ਼ਰ ਤੁਹਾਡੇ ਮੰਗਣ ਤੋਂ ਪਹਿਲਾਂ ਜਾਣਦਾ ਤੁਹਾਨੂੰ ਕਿਹੜੀ ਚੀਜ਼ ਦੀ ਤੁਹਾਨੂੰ ਕੀ ਆ ਲੋੜ ਹੈ। ਪਰ ਉਹਦੇ ਕੋਲ ਮੰਗ ਕੇ ਦੇਖੋ ਭੈਣ ਭਾਈ ਯਹੂਨਾ 14:32 7:7 ਯਹੂਨਾ ਉਹਦੀ 16 ਦੀ 24 ਆਇਤ ਵਿੱਚ ਲਿਖਿਆ ਮੇਰਾ ਨਾਮ ਲੈ ਕੇ ਹਾਲੇ ਤੁਸੀਂ ਮੇਰੇ ਕੋਲ ਕੁਝ ਮੰਗਿਆ ਨਹੀਂ। ਯਿਸੂ ਮਸੀਹ ਦਾ ਨਾਮ ਲੈ ਕੇ ਮੰਗਣਾ ਸ਼ੁਰੂ ਕਰੋ ਭੈਣ ਭਾਈ। ਪਰਮੇਸ਼ਰ ਤੁਹਾਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ। ਮੈਂ ਪ੍ਰੋਫੈਸੀ ਨੋਟ ਕਰ ਲਓ, ਭਾਵੇਂ ਅੱਜ ਦੀ ਤਰੀਕ ਨੋਟ ਕਰ ਲਓ। ਜਿੰਨੇ ਮੁਲਕ ਦੇ ਵਿੱਚ ਆਉਣਗੇ ਪਰਮੇਸ਼ਰ ਦਾ ਆਤਮਾ ਕਹਿ ਰਿਹਾ ਇਹਨਾਂ ਨੂੰ ਬਹੁਤ ਅੱਗੇ ਲੈ ਕੇ ਵੱਡੀਆਂ ਟੈਸਟਮਨੀ ਨਾਲ ਖੜਾ ਕਰਨਾ ਯਿਸੂ ਮਸੀਹ ਦੇ ਸਾਹਮਣੇ ਦੀ ਨਾਮ ਦੇ ਵਿੱਚ। ਪਰ ਕਰਜ਼ੇ ਤੋਂ ਵੀ ਆਜ਼ਾਦੀ ਮਿਲੇਗੀ। ਆਜ਼ਾਦੀ ਕਿਸ ਤਰ੍ਹਾਂ ਮਿਲੇਗੀ? ਜੇ ਆਪਣੇ ਸਾਰੇ ਦੇ ਸਮਾਨ ਕੱਲਾ ਪਿਆ ਪਾਸਟਰ ਨੂੰ ਦੇ ਕੇ ਕੱਲਾ ਪੈਸਾ ਨਹੀਂ ਕੁਛ ਕਰਨਾ, ਪਾਸਟਰ ਨੂੰ ਪੈਸੇ ਦੇ ਕੇ ਰੋਟੀ ਖਵਾਤੀ ਮੈਂ ਨਹੀਂ ਜੋ ਮੰਨਦਾ। ਜਿੰਨਾ ਚਿਰ ਤੁਸੀਂ ਪਰਮੇਸ਼ਰ ਦਾ ਵਚਨ ਨਹੀਂ ਪੜਨਾ ਸ਼ੁਰੂ ਕਰੋਗੇ ਤੁਹਾਡੀ ਬਲੈਸਿੰਗ ਨਹੀਂ ਮਿਲੇਗੀ ਭੈਣ ਭਾਈ। ਮੈਨੂੰ ਕੱਲਾ ਪੈਸਾ ਰੋਟੀ ਨਾਲ ਨਹੀਂ ਕੋਈ ਮਤਲਬ ਹੈਗਾ। ਮੈਨੂੰ ਵਚਨ ਦੇ ਮੁਤਾਬਕ ਕੱਲਾ ਪਾਣੀ ਪਾ ਦੋ ਮੈਂ ਤਾਂ ਵੀ ਖੁਸ਼ ਹਾਂ। ਮੈਂ ਤਾਂ ਅੱਗੇ ਚਾਹ ਪੀ ਕੇ ਰਾਜੀ ਨਹੀਂ ਹੈਗਾ, ਤੂੰ ਖਰਾਬ ਕਰਦੀ ਹੈ। ਇਸ ਕਰਕੇ ਭੈਣ ਭਾਈਓ ਪਰਮੇਸ਼ਰ ਦੇ ਵਚਨ ਦੁਆਰਾ ਚੱਲੋ ਔਰ ਪਰਮੇਸ਼ਰ ਦੇ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ। ਕਹਿੰਦਾ ਤੁਸੀਂ ਉਹਨਾਂ ਨਾਲੋਂ ਕਿੰਨੇ ਉੱਤਮ ਜੇ ਭੈਣ ਭਾਈਓ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਕੀ ਦਿੱਤਾ? ਬਰਕਤਾਂ ਦੇਣੀਆਂ, ਔਰ ਬਰਕਤਾਂ ਤੁਹਾਡੇ ਵਾਸਤੇ ਹੀ ਰੱਖੀਆਂ ਭੈਣ ਭਾਈਓ। ਕਿਉਂਕਿ ਆਪਾਂ ਚਿੰਤਾ ਨਹੀਂ ਕਰਨੀ ਔਰ ਪਰਮੇਸ਼ਰ ਦੇ ਦਿਲੋਂ ਨਹੀਂ ਕਰਨੀ, ਪਰਮੇਸ਼ਰ ਦੇ ਕੰਮਾਂ ਦੀ ਚਿੰਤਾ ਕਰਨੀ ਆ। ਔਰ ਕਹਿੰਦਾ ਮੇਰਾ ਭੋਜਨ ਇਹੋ ਮੈਂ ਤੇਰੇ ਭੇਜਣ ਵਾਲੀ ਮਰਜ਼ੀ ਕੀਤੀ ਆ, ਚੰਗਾ ਉਹਦੇ ਕੰਮਾਂ ਨੂੰ ਕੀ ਕਰਾਂ ਸੰਪੂਰਨ ਕਰਨਾ। ਪਰਮੇਸ਼ਰ ਦੇ ਕੰਮਾਂ ਨੂੰ ਅੱਗੇ ਲੈ ਕੇ ਜਾਓ ਭੈਣ ਭਾਈਓ। ਜਿੰਨੇ ਪਰਮੇਸ਼ਰ ਦੀਆਂ ਸਾਖੀਆਂ ਤੋਂ ਰੂਹਾਂ ਨੂੰ ਬਚਾਓ, ਉਹਦਾ ਤੁਹਾਨੂੰ ਫਲ ਕੀ ਆ ਮਿਲੇਗਾ ਭੈਣ ਭਾਈਓ। ਤੁਸੀਂ ਖੁਦ ਵਟੋਗੇ, ਤੁਸੀਂ ਆਪ ਖੁਦ ਆ ਕੇ ਗਵਾਹੀਆਂ ਦੋਗੇ ਸਾਂਝੀ ਅਸੀਂ ਆਹ ਰੂਹ ਬਚਾਈ ਆ, ਤੁਹਾਨੂੰ ਇਹਦਾ ਫਲ ਕੀ ਆ ਮਿਲਿਆ ਭੈਣ ਭਾਈਓ। ਕਿਉਂਕਿ ਕੌਨਫੀਡੈਂਸ ਕਰੋ ਨਾ। ਕਈ ਭੈਣ ਭਾਈ ਕਿਉਂ ਡਰਦੇ ਆ? ਸੰਜੇ ਹੀ ਗਵਾਹੀ ਦੇ ਆਏ ਤੇ ਜ਼ੋਰ ਮੇਰੇ ਤੇ ਪੈ ਗਿਆ। ਕੋਈ ਜ਼ੋਰ ਚਾਂਦੀ ਨਹੀਂ ਪੈਂਦਾ, ਕੋਈ ਜ਼ੋਰ ਨਹੀਂ ਪੈਂਦਾ। ਹੁਣ ਮੈਂ ਜਿੰਨਿਆਂ ਦੇ ਪਤਾ ਨਹੀਂ ਹਜ਼ਾਰਾਂ ਦੇ ਪ੍ਰਾਰਥਨਾ ਕਰਦਾ, ਪਤਾ ਨਹੀਂ ਕਿੰਨਿਆਂ ਦੇ ਪ੍ਰਾਰਥਨਾ ਕਰਦਾ, ਕਿੰਨਿਆਂ ਨੂੰ ਲੈ ਕੇ ਆਉਂਦਾ, ਮੇਰੇ ਤੇ ਕਦੀ ਪਿਓਰ ਪਿਆ ਨਹੀਂ। ਤੁਹਾਡੇ ਤੋਂ ਕੋਈ ਪੈਂਦਾ ਕਿਉਂਕਿ ਤੁਸੀਂ ਪਰਮੇਸ਼ਰ ਦੇ ਨਾਲ ਕੌਨਫੀਡੈਂਸ ਤਾਂ ਬਣਾਓ ਭੈਣ ਭਾਈ। ਕੌਨਫੀਡੈਂਸ ਨਾਲ ਰਿਸ਼ਤਾ ਬਣਾਓ, ਕਦੀ ਜ਼ੋਰ ਨਹੀਂ ਪੈਗਾ। ਸਾਰਿਆਂ ਕੋਲ ਨੰਬਰ ਹੈਗਾ ਨਾ ਮੇਰਾ, ਤੁਹਾਨੂੰ ਤਿੰਨੇ ਨੰਬਰ ਦਿੱਤੇ ਆ। ਜਿਹੜੇ ਮਰਜ਼ੀ ਪ੍ਰਾਰਥਨਾ ਕਰੋ, 24 ਘੰਟੇ ਵੀ ਖੁੱਲ੍ਹਾ ਰਹਿੰਦਾ ਫੋਨ, ਰਾਤ ਜਦੋਂ ਮਰਜ਼ੀ ਮੁਰਗੀ ਲੋਕੀ ਕਰਦੇ ਰਹਿੰਦੇ ਆ। ਇਸ ਕਰਕੇ ਭੈਣ ਭਾਈਓ ਤੁਹਾਨੂੰ ਕਦੇ ਜ਼ੋਰ ਨਹੀਂ ਪੈਗਾ। ਦੁਆਈਆਂ ਦੋ ਬਸ ਪਰਮੇਸ਼ਰ ਦੇ ਨਾਮ ਨਾਲ, ਪਰਮੇਸ਼ਰ ਦੇ ਨਾਲ ਜੋੜੋ ਭੈਣ ਭਾਈਓ। ਸਿਰ ਹੋਰ ਕੁਝ ਨਹੀਂ ਕਰਨਾ, ਪਰਮੇਸ਼ਰ ਨਾਲ ਜੋੜਨਾ, ਪਰ ਅਸੀਂ ਰਿਸ਼ਤਾ ਬਣਾਉਣਾ। ਕਿਉਂਕਿ ਰਾਤੀ ਮੈਂ ਵਚਨ ਪੜਾਉਂਦਿਆ ਹਾਂ, ਕਿੱਥੋਂ ਰਾਤੀ ਵਚਨ ਪੜਾਇਆ ਮੈਨੂੰ ਦਿੱਤਾ ਭਲਾ ਕੋਤਾਂ ਦੀ ਕਿਤਾਬ ਦੇ ਵਿੱਚ, ਕੋਤਾਂ ਦੀ ਕਿਤਾਬ ਦੇ ਵਿੱਚ ਵਚਨ ਦਿੱਤਾ ਹੈ ਧਰਮੀ ਆਪਣੇ ਗੁਆਂਢੀ ਨੂੰ ਕੀ ਆ ਸਿੱਧਾ ਰਸਤਾ ਕੀ ਆ ਦੱਸਦਾ ਭੈਣ ਭਾਈਓ। ਜਿਹੜਾ ਧਰਮੀ ਇਨਸਾਨ ਦਾ ਆਪਣੇ ਗੁਆਂਢੀ ਨੂੰ ਵੀ ਆ ਯਿਸੂ ਮਸੀਹ ਨਾਲ ਜੋੜਨ ਦੀ ਕੋਸ਼ਿਸ਼ ਕੀ ਆ ਕਰਦਾ ਭੈਣ ਭਾਈ। ਇਸ ਤਰ੍ਹਾਂ ਦੇ ਗੁਆਂਢੀ ਬਣੋ ਭੈਣ ਭਾਈਓ। ਗੁਆਂਢੀ ਦਾ ਬੁਰਾ ਨਾ ਤੱਕੋ, ਗੁਆਂਢੀ ਦੇ ਨਾਲ ਪਿਆਰ ਨਾਲ ਬਣਾ ਕੇ ਰੱਖੋ। ਪਰਮੇਸ਼ਰ ਦੇ ਨਾਲ ਕੀ ਆ ਜੋੜੋ ਭੈਣ ਭਾਈਓ। ਉਹ ਪਰਮੇਸ਼ਰ ਤੁਹਾਨੂੰ ਉਹਦਾ ਫਲ ਕੀ ਆ ਦਵੇ। ਕਿਉਂਕਿ ਹਾਲੇ ਲੋਕ ਹਾਲੇ ਹੋਰ ਘੱਟ ਆਏ ਆ, ਕਿਉਂਕਿ ਕਈਆਂ ਨੂੰ ਵਿਆਹਾਂ ਦਾ ਜ਼ੋਰ ਹੀ। ਔਰ ਇੰਨੇ ਲੋਕ ਪਰਮੇਸ਼ਰ ਦੇ ਲੋਕਾਂ ਨੇ ਜੋੜੇ ਆ। ਕਿਤਨਾ ਜੋੜਿਆ? ਮੈਂ ਚੰਗਾ ਆ ਤੂੰ ਵੀ ਕੀ ਚੰਗਾ ਕੀਆ। ਯਿਸੂ ਮਸੀਹ ਸੱਚਮੁੱਚ ਭੈਣ ਭਾਈਓ ਚੰਗਾ ਕੀਆ ਕਰਦੇ। ਔਰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨਾ, ਸਿਰਫ ਪਰਮੇਸ਼ਰ ਦੇ ਵਚਨ ਦੁਆਰਾ ਚੱਲਣ ਦੇ ਫਲ ਦੀ ਸ਼ਕਤੀ ਦਾ। ਪ੍ਰਭੂ ਤੁਹਾਨੂੰ ਵਚਨ ਦਾ ਆਸ਼ੀਸ਼ ਬਰਕਤ ਦੇ। ਆਮੀਨ। ਸੰਤਾਂ ਨਾਲ 5 ਮਿੰਟ ਵਚਨ ਸੁਣਾਂਗੇ ਸਰ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਰਮੇਸ਼ਰ ਦੇ ਧੰਨਵਾਦੀ ਹਾਂ ਇਹ ਸਾਡੇ ਜੀਵਨ ਵਿੱਚ ਇਹ ਬਹੁਤ ਸਮਾਂ ਸਾਡੇ ਵਾਸਤੇ ਲਾਭਦਾਇਕ। ਤਾਂ ਦੀ ਅੱਜ ਅਸੀਂ ਵਚਨ ਨੂੰ ਸੁਣ ਕੇ ਉੱਥੇ ਅਮਲ ਕਰ ਸਕੀਏ। ਉਹ ਸਾਡੇ ਵਿੱਚ ਕਿੰਨੇ ਜਿਉਂਦੇ ਆ ਤੇ ਕਿੰਨੇ ਮਰੇ ਦੱਸੋ। ਹੱਥ ਖੜੇ।
ਸਾਰੇ ਆਪਣੇ ਆਪ ਨੂੰ ਕੀ ਸਮਝਦੇ ਆ ਜਿਉਂਦੇ, ਪਰ ਤੁਹਾਡੇ ਵਿੱਚ ਥੋੜੇ ਜਿਉਂਦੇ ਆ ਤੇ ਬਾਕੀ ਕੀ ਨੇ, ਮੁਰਦਾ ਨੇ। ਕਿਉਂਕਿ ਤੁਹਾਡੀ ਸਮਝ ਤੁਸੀਂ ਹੋ ਗਏ ਕਿ ਕੀ ਹੋ ਰਿਹਾ। ਔਰ ਇੱਕ ਪਰਮੇਸ਼ਰ ਦੇ ਵਚਨ ਤੋਂ ਇਹ ਦੇਖਦੇ ਹਾਂ ਜਿਹੜੀ ਸਾਨੂੰ ਕੁਝ ਸਿਖਾਉਂਦੀ ਆ। ਅਸੀਂ ਦੋ ਬਾਪ ਉਹਦੀ ਪਹਿਲੀ ਆ ਦੇਖੀਏ, ਕਿਉਂਕਿ ਸਾਰਾ ਸੰਸਾਰ ਕੀ ਆ, ਮੁਰਦਾ। ਪਰਮੇਸ਼ਰ ਨੇ ਜੀਵਨ ਦੇਣ ਵਾਸਤੇ ਆਪਣੇ ਪੁੱਤਰ ਨੂੰ ਭੇਜਿਆ। ਯਿਸੂ ਜੀ ਕਹਿੰਦਾ ਮੈਂ ਤੁਹਾਡੇ ਦੇ ਦੋਸ਼ ਲਾਉਣ ਨਹੀਂ ਆਇਆ, ਮੈਂ ਤੁਹਾਨੂੰ ਬਚਾਉਣਾ ਹੈ, ਤੁਹਾਨੂੰ ਜੀਵਨ ਦੇਣਾ ਹੈ। ਯਿਸੂ ਜੀ ਦਾ ਚੋਖਾ ਜੀਵਨ ਜਿਹੜਾ ਸਦਾ ਤੱਕ ਰਹੇਗਾ, ਕਦੇ ਖਤਮ ਨਹੀਂ ਹੋਏਗਾ। ਹਾਂਜੀ, ਅਫਸੀਆਂ 2 ਰੁਪਏ। ਉਹਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਦੇ ਪਾਪਾਂ ਦੇ ਕਾਰਨ ਮੁਰਦੇ ਸੋ ਜਵਾਲਿਆ। ਔਰ ਇਹ ਕਾਹਦੇ ਵਿੱਚ ਮੁਰਦੇ ਤੁਸੀਂ? ਪਾਪਾਂ ਵਿੱਚ। ਇਨਸਾਨ ਆਪਣੇ ਆਪ ਨੂੰ ਜਿਉਂਦਾ ਸਮਝਦਾ ਜ਼ਰੂਰ ਆ, ਪਰ ਜੋ ਉਹਦੇ ਅੰਦਰ ਪਾਪ ਹੈ ਨਾ, ਉਹਨੂੰ ਮੌਤ ਵੱਲ ਖੜਦਾ ਹੈ। ਪਾਪ ਦੀ ਮਜ਼ਦੂਰੀ ਕੀ ਆ? ਬਸ ਜਿਹਦੇ ਅੰਦਰ ਪਾਪ ਹੈ ਉਹ ਕੀ ਆ? ਮੁਰਦਾ ਹੈ। ਪਰ ਉਹਨੇ ਤੁਹਾਨੂੰ ਕੀ ਕੀਤਾ ਹੈ? ਜਿਉਂਦਿਆਂ ਕੀਤਾ, ਤੁਹਾਡੇ ਪਾਪਾਂ ਨੂੰ, ਅਪਰਾਧਾਂ ਨੂੰ ਕੀ ਕਰਕੇ? ਮਾਫ ਕਰਕੇ। ਜਿਨ੍ਹਾਂ ਦੇ ਪਾਪ ਮਾਫ ਹੋਏ, ਜਿਨ੍ਹਾਂ ਤੋਬਾ ਕੀਤੀ ਆ, ਉਹ ਪਰਮੇਸ਼ਰ ਵਿੱਚ ਜਿਉਂਦੇ ਨੇ। ਜਿਨ੍ਹਾਂ ਅਜੇ ਤੱਕ ਨਹੀਂ ਕੀਤੀ ਉਹ ਮੁਰਦਾ ਨੇ। ਉਹਨਾਂ ਵਾਸਤੇ ਸਮਾਂ ਜੇ ਦਿਨ ਦਿੱਤਾ ਹੈ, ਸਾਨੂੰ ਪਰਮੇਸ਼ਰ ਨੇ ਕਿਸੇ ਰੀਜਨ ਵਾਸਤੇ ਦਿੱਤਾ ਹੈ। ਅੱਜ ਆਪਣੇ ਪਾਪਾਂ ਤੋਂ ਤੋਬਾ ਕਰ ਲਓ। ਜਿਨ੍ਹਾਂ ਨਹੀਂ ਕੀਤੀ ਉਹ ਅੱਜ ਕਰਕੇ ਪ੍ਰਭੂ ਵਿੱਚ ਜਿੰਦਾ ਹੋ ਸਕਣ, ਤਾਂ ਕਿ ਉਹਨਾਂ ਦਾ ਜੀਵਨ ਹਮੇਸ਼ਾ ਜੀਵ ਰਵੇ। ਉਹਨਾਂ ਨੂੰ ਦੂਜੀ ਮੌਤ ਦਾ ਕੋਈ ਉੱਤੇ ਬਸ ਨਹੀਂ ਹੋਏਗਾ। ਤੁਸੀਂ ਜੀਵਤ ਪਰਮੇਸ਼ਰ ਕੋਲ ਆਏ ਜੇ। ਪਰਮੇਸ਼ਰ ਤੁਹਾਨੂੰ ਜੀਵਨ ਦੇਣਾ ਚਾਹੁੰਦਾ ਹੈ। ਜਿਨ੍ਹਾਂ ਦੇ ਪਾਪ ਬਣੇ ਨੇ ਉਹ ਪਾਪਾਂ ਤੋਂ ਕੀ ਕਰ ਲੈਣਗੇ? ਤੋਬਾ ਕਰਨ, ਤਾਂ ਕਿ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ ਕਰਕੇ ਤੁਹਾਨੂੰ ਸਦਾ ਦਾ ਜੀਵਨ ਦੇ ਸਕਣ। ਪਰਮੇਸ਼ਰ ਦੇ ਵਚਨ ਦੁਆਰਾ ਆਸ਼ੀਰਵਾਦ ਮਿਲੇ। ਆਮੀਨ, ਆਮੀਨ, ਆਮੀਨ।